ਵੋਟਿੰਗ ਲਈ ਪੰਜਾਬ ਤਿਆਰ ਸਾਰੀਆਂ 117 ਸੀਟਾਂ ਤੇ ਕੱਲ ਹੋਵੇਗੀ ਵੋਟਿੰਗ। 1304 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਵੋਟਿੰਗ ਨੂੰ ਲੈ ਕੇ ਪੰਜਾਬ ਭਰ 'ਚ ਸੁਰੱਖਿਆ ਦੇ ਕਰੜੇ ਇੰਤਜ਼ਾਮ। ਸ਼ਹਿਰ ਕੱਢੇ ਜਾ ਰਹੇ ਨੇ ਫਲੈਗ ਮਾਰਚ। ਸੰਵੇਦਨਸ਼ੀਲ ਇਲਾਕਿਆਂ ਤੇ ਚੋਣ ਕਮਿਸ਼ਨ ਦੀ ਪੈਣੀ ਨਜ਼ਰ। ਵੋਟਿੰਗ ਨੂੰ ਲੈ ਕੇ ਪੰਜਾਬ ਦੀਆਂ ਸਰਹੱਦਾਂ ਤੇ ਵੀ ਸੁਰੱਖਿਆ ਚਾਕ ਚੌਬੰਦ। ਅਲਰਟ ਤੇ ਪੁਲਿਸ। ਨਾਕੇਬੰਦੀ ਦੇ ਵਿੱਚ ਵਾਧਾ। ਆਉਣ ਜਾਣ ਵਾਲੀਆਂ ਗੱਡੀਆਂ ਦੀ ਕੀਤੀ ਜਾ ਰਹੀ ਹੈ ਚੈਕਿੰਗ। ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਅਫਗਾਨੀ ਸਿੱਖ। ਪੀਐਮ ਨੂੰ ਦੱਸਣਗੇ ਆਪਣੇ ਮਸਲੇ। ਕੱਲ ਵੀ ਕਈ ਸਿੱਖ ਆਗੂਆਂ ਦੀ ਹੋਈ ਸੀ ਮੁਲਾਕਾਤ। ਚੋਣਾਂ 'ਚ ਹਮਾਇਤ ਨੂੰ ਲੈ ਕੇ ਅੱਜ ਸ਼ਾਮ ਤੱਕ ਪੱਤੇ ਖੋਲੇਗਾ ਡੇਰਾ ਸਿਰਸਾ। ਡੇਰਾ ਪ੍ਰੇਮੀਆਂ ਤੱਕ ਪਹੁੰਚੇਗਾ ਰਾਮ ਰਹੀਮ ਦਾ ਸੰਦੇਸ਼। ਸੂਤਰਾਂ ਮੁਤਾਬਿਕ ਕਿਸੇ ਇੱਕ ਪਾਰਟੀ ਦੀ ਥਾਂ ਹਲਕਿਆਂ ਦੇ ਹਿਸਾਬ ਦੇ ਨਾਲ ਲਿਆ ਜਾਵੇਗਾ ਫੈਸਲਾ। ਸਵੇਰੇ ਭਦੌੜ ਦੀ ਗਊਸ਼ਾਲਾ ਪਹੁੰਚੇ ਸੀਐਮ ਚੰਨੀ। ਗਊ ਸੇਵਾ ਦੇ ਨਾਲ ਕੀਤੀ ਦਿਨ ਦੀ ਸ਼ੁਰੂਆਤ। ਗਾਵਾਂ ਨੂੰ ਖਵਾਇਆ ਚਾਰਾ। ਮਾਲਵੇ ਦਾ ਮੂਡ ਕੀ ਹੈ ਮਾਝੇ ਦੇ ਮਨ ਚ। ਦੁਆਬਾ ਦਿਲ ਤੋਂ ਦੇਵੇਗਾ ਸਾਥ। ਕਾਂਗਰਸ ਦੀ ਰਣਨੀਤੀ ਦਾ ਕਿੱਸਾ। ਅਕਾਲੀ ਦਲ ਦਾ ਦਾ ਪੇਚ। ਆਪ ਦੀ ਚੁਣਾਵੀ ਵਿਸਾਤ। ਭਾਜਪਾ ਗੱਠਜੋੜ ਦੀ ਸਿਆਸੀ ਖੇਡ। देखो पंजाब चोणां दी हर अपडेट सब तो सटीक सब तो पहला सिर्फ न्यूज़ 18 पंजाब हरियाणा हिमाचल ते सब तो वड्डी कवरेज। ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਨਿਊਜ਼ 18 ਦੀ ਮਹਾ ਕਵਰੇਜ ਦੇ ਵਿੱਚ ਸਵਾਗਤ ਹੈ। ਮਹਾ ਕਵਰੇਜ 2022 ਦੇ ਸਿਆਸੀ ਅਖਾੜੇ ਨੂੰ ਲੈ ਕੇ ਸਿਰਫ ਕੁਝ ਘੰਟੇ ਬਾਕੀ ਬਚੇ ਨੇ। ਹੁਣ ਵਾਰੀ ਹੈ ਪੰਜਾਬ ਦੀ ਜਨਤਾ ਦੀ, ਪੰਜਾਬ ਦੇ ਵੋਟਰਾਂ ਦੀ, ਕਿਉਂਕਿ ਕੱਲ ਨੂੰ ਠੀਕ 8 ਵਜੇ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋਵੇਗਾ। ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਕੱਲ ਨੂੰ ਵੋਟਿੰਗ ਹੋਵੇਗੀ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਵੋਟਾਂ ਪੈਣਗੀਆਂ। ਹੁਣ ਵੋਟਰਾਂ ਦੀ ਵਾਰੀ ਹੈ। ਵੋਟਰਾਂ ਨੇ, ਪੰਜਾਬ ਦੀ ਜਨਤਾ ਨੇ ਤੈਅ ਕਰਨਾ ਕਿ ਆਖਿਰਕਾਰ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਣਾ ਹੈ, ਕਿਸ ਨੂੰ ਸੱਤਾ ਦੇ ਸਿੰਘਾਸਨ ਤੱਕ ਬਿਠਾਉਣਾ ਹੈ। ਚੋਣ ਕਮਿਸ਼ਨ ਦੇ ਵੱਲੋਂ ਵੋਟਿੰਗ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ। ਪੰਜਾਬ ਦੀ ਵਿੱਚ ਕਿਸਮਤ ਅਜਮਾ ਰਹੇ ਨੇ 1304 ਉਮੀਦਵਾਰ ਸਿਆਸੀ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਜਿਨ੍ਹਾਂ ਦਾ ਕੱਲ ਕਿਸਮਤ ਦਾ ਫੈਸਲਾ ਹੋਵੇਗਾ। ਦਾ ਤੇ ਦਿੱਗਜਾਂ ਦੀ ਸਾਖ ਹੈ। 10 ਮਾਰਚ ਨੂੰ ਚੋਣਾਂ ਦੇ ਨਤੀਜੇ ਹੋਣਗੇ। ਕਈ ਤਰ੍ਹਾਂ ਦੇ ਦਿੱਗਜ ਆਮੋ ਸਾਹਮਣੇ ਤੇ ਕਈ ਦਿੱਗਜਾਂ ਵਾਸਤੇ ਵਕਾਰ ਦਾ ਸਵਾਲ ਨੇ 2022 ਦੀਆਂ ਇਹ ਚੋਣਾਂ। ਤੇ ਕੱਲ ਨੂੰ ਜਨਤਾ ਨੇ ਤੈਅ ਕਰਨਾ ਠੀਕ 8 ਵਜੇ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ 10 ਮਾਰਚ ਨੂੰ ਨਤੀਜੇ ਹੋਣਗੇ। 10 ਮਾਰਚ ਨੂੰ ਸਾਫ਼ ਹੋ ਜਾਵੇਗਾ ਕਿ ਆਖਿਰਕਾਰ ਸੱਤਾ ਤੱਕ ਕੌਣ ਪਹੁੰਚਦਾ ਹੈ, ਸੀਐਮ ਦੀ ਕੁਰਸੀ ਤੱਕ, ਸੀਐਮ ਦੀ ਕੁਰਸੀ ਤੇ ਬਿਰਾਜਮਾਨ ਕੌਣ ਹੁੰਦਾ ਹੈ। ਕੁਝ ਹੀ ਘੰਟੇ ਬਾਕੀ ਬਚੇ ਨੇ। ਕੱਲ ਨੂੰ ਸਿਲਸਿਲਾ ਸ਼ੁਰੂ ਹੋਵੇਗਾ ਵੋਟਿੰਗ ਦਾ ਠੀਕ 8 ਵਜੇ। 3 ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਵੋਟਿੰਗ ਦੇ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਿਹਾ। ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ ਪੰਜਾਬ ਦੀਆਂ ਵੱਖ-ਵੱਖ ਜਗ੍ਹਾਵਾਂ ਤੇ ਵੱਖ ਸ਼ਹਿਰਾਂ ਦੇ ਵਿੱਚ। ਤੇ ਸ਼ਹਿਰ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ ਤੇ ਸਿੱਧੇ ਤੌਰ ਤੇ ਭਰੋਸਾ ਦਿੱਤਾ ਜਾ ਰਿਹਾ ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਕਿ ਉਹ ਬਿਲਕੁਲ ਸੇਫ ਨੇ, ਬਿਲਕੁਲ ਸੁਰੱਖਿਅਤ ਨੇ। 3 ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਨਿਊਜ਼ 18 ਪੰਜਾਬ ਤੁਹਾਨੂੰ 3 ਤਸਵੀਰਾਂ ਵਿਖਾ ਰਿਹਾ ਪੂਰੀਆਂ ਤਿਆਰੀਆਂ ਨੂੰ ਲੈ ਕੇ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ। ਉੱਥੇ ਹੀ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਜਗ੍ਹਾ ਚੱਪੇ ਤੇ ਪੁਲਿਸ ਦੀ ਤੈਨਾਤੀ ਹੈ। ਜਗ੍ਹਾ ਤੇ ਵੱਡੀ ਗਿਣਤੀ ਦੇ ਪੁਲਿਸ ਬਲ ਤੈਨਾਤ ਕੀਤਾ ਗਿਆ। ਆਉਣ ਜਾਣ ਵਾਲੇ ਰਾਹਗੀਰਾਂ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਵੱਖ-ਵੱਖ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਕਿਉਂਕਿ ਕੱਲ ਚੋਣ ਪ੍ਰਚਾਰ ਦਾ ਜਿਹੜਾ ਸਿਲਸਿਲਾ ਖਤਮ ਹੋ ਗਿਆ ਸੀਗਾ ਤੇ ਹੁਣ ਵਾਰੀ ਹੈ ਪੰਜਾਬ ਦੀ ਜਨਤਾ ਦੀ, ਪੰਜਾਬ ਦੇ ਵੋਟਰਾਂ ਦੀ। ਪੰਜਾਬ ਦੇ ਵੋਟਰਾਂ ਨੇ ਕੱਲ ਈਵੀਐਮ ਦਾ ਬਟਨ ਦਬਾ ਕੇ ਤੈਅ ਕਰਨਾ ਕਿ ਆਖਿਰਕਾਰ 2022 ਦੇ ਸਿੰਘਾਸਨ ਤੇ ਬਿਰਾਜਮਾਨ ਕੌਣ ਹੋਵੇਗਾ। 10 ਮਾਰਚ ਨੂੰ ਨਤੀਜੇ ਹੋਣਗੇ। ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਚੁਣਾਵੀ ਮੈਦਾਨ ਦੇ ਵਿੱਚ ਵੱਖ-ਵੱਖ ਪਾਰਟੀਆਂ, ਵੱਖ-ਵੱਖ ਉਮੀਦਵਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ। ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਵੀ ਕੀਤਾ ਗਿਆ ਤੇ ਹੁਣ ਵਾਰੀ ਹੈ ਪੰਜਾਬ ਦੀ ਜਨਤਾ ਦੀ, ਪੰਜਾਬ ਦੇ ਵੋਟਰਾਂ ਦੀ। ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਆ ਪੰਜਾਬ ਗਰਾਊਂਡ ਜ਼ੀਰੋ ਦੀ ਪੂਰੀ ਤਸਵੀਰ ਵਿਖਾਵਾਂਗੇ ਕਿ ਕਿਵੇਂ ਪੰਜਾਬ ਭਰ ਦੇ ਵਿੱਚ ਚੋਣ ਕਮਿਸ਼ਨ ਦੀਆਂ, ਪੁਲਿਸ ਪ੍ਰਸ਼ਾਸਨ ਦੀਆਂ ਜਿਹੜੀਆਂ ਤਸਵੀਰਾਂ ਨੇ, ਤਿਆਰੀਆਂ ਨੇ ਪੂਰੀਆਂ ਕਿਸ ਤਰ੍ਹਾਂ ਮੁਕੰਮਲ ਕੀਤੀਆਂ ਗਈਆਂ ਨੇ। ਗਰਾਊਂਡ ਜ਼ੀਰੋ ਤੋਂ ਮਾਂ ਕਵਰੇਜ ਲਗਾਤਾਰ ਜਾਰੀ ਹੈ। ਗਰਾਊਂਡ ਜ਼ੀਰੋ ਤੋਂ ਸਾਡੇ ਵੱਖ-ਵੱਖ ਜਗ੍ਹਾਵਾਂ ਤੋਂ ਸਹਿਯੋਗੀ ਜੁੜੇ ਹੋਏ ਨੇ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਜੁੜੇ ਹੋਏ ਨੇ, ਰੋਪੜ ਤੋਂ ਅਵਤਾਰ ਕੰਬੋਜ ਜੁੜੇ ਹੋਏ ਨੇ, ਕਪੂਰਥਲਾ ਜਗਜੀਤ ਧੰਜੂ ਜੁੜ ਚੁੱਕੇ ਨੇ ਤੇ
ਸੁਰਿੰਦਰ ਕੰਬੋਜ ਜਲੰਧਰ ਤੋਂ ਜੁੜ ਚੁੱਕੇ ਨੇ। ਵਿਸਤਾਰ ਦੇ ਨਾਲ ਸਮਝਣਾ ਚਾਹਾਂਗੇ, ਤਸਵੀਰਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੋਣ ਕਮਿਸ਼ਨ ਦੇ ਵੱਲੋਂ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੰਮ੍ਰਿਤਸਰ ਦਾ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਨੇ। ਰਾਜੀਵ, ਤੁਹਾਡੇ ਸਾਹਮਣੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ। ਤਸਵੀਰਾਂ ਦਰਸ਼ਕਾਂ ਤੱਕ ਪਹੁੰਚਾਓ, ਕਿਸ ਤਰ੍ਹਾਂ ਦੀਆਂ ਤਿਆਰੀਆਂ, ਸੁਰੱਖਿਆ ਦੇ ਲਿਹਾਜ਼ ਦੇ ਨਾਲ ਗੱਲ ਕੀਤੀ ਜਾਵੇ, ਚੋਣ ਕਮਿਸ਼ਨ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਵੋਟਰਾਂ ਦੇ ਵਿੱਚ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ। ਜੀ ਹਾਂ, ਬਿਲਕੁਲ ਪਰਮਿੰਦਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਮੇਰੇ ਠੀਕ ਪਿੱਛੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਜਿਹੜੇ ਜਵਾਨ ਨੇ, ਅਧਿਕਾਰੀ ਨਜ਼ਰ ਆ ਰਹੇ ਨੇ। ਤਾਂ ਇਸ ਦੇ ਨਾਲ ਹੀ ਦੂਸਰੇ ਪਾਸੇ ਇੱਕ ਹੋਰ ਤਸਵੀਰ ਹੈ ਜੋ ਅਸੀਂ ਕੁਝ ਹੀ ਮਿੰਟਾਂ ਦੇ ਵਿੱਚ ਸਾਂਝੀ ਕਰਾਂਗੇ, ਜੋ ਕਿ ਪੋਲਿੰਗ ਪਾਰਟੀਆਂ ਜਿਨ੍ਹਾਂ ਨੇ ਪੋਲਿੰਗ ਦੀ ਜਿਹੜੀ ਪ੍ਰਕਿਰਿਆ ਜਿਸ ਨੂੰ ਨੇਪਰੇ ਚਾੜਨਾ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਇਸ ਵੇਲੇ ਇੱਥੋਂ ਡਿਊਟੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ, ਕਿਉਂਕਿ ਜਿੱਥੇ ਸ਼ਹਿਰ ਦੀ ਸੁਰੱਖਿਆ ਦੇ ਲਈ ਵਾਧੂ ਫੋਰਸ ਤੈਨਾਤ ਕੀਤੀ ਗਈ ਹੈ, ਉੱਥੇ ਹੀ ਜਿੱਥੇ ਪੋਲਿੰਗ ਬੂਥ ਬਣਨੇ ਨੇ ਉੱਥੇ ਕਿਸ ਤਰੀਕੇ ਦੇ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਨੇ। ਤਾਂ ਇੱਥੋਂ ਇਹ ਜਿਹੜੀਆਂ ਟੁਕੜੀਆਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਤੇ ਜਿਨ੍ਹਾਂ ਨੂੰ ਭੇਜਿਆ ਜਾਣਾ ਉਹ ਇੱਥੋਂ ਰਵਾਨਾ ਕੀਤਾ ਜਾ ਰਿਹਾ, ਡਿਊਟੀਆਂ ਲਗਾਈਆਂ ਜਾ ਰਹੀਆਂ ਨੇ। ਤਾਂ ਇਸ ਦੇ ਨਾਲ ਹੀ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਤੋਂ ਇਲਾਵਾ 10,000 ਤੋਂ ਵੀ ਵੱਧ ਸਰਕਾਰੀ ਕਰਮਚਾਰੀ ਜਿਹੜੇ ਕਿ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਦੇ ਨਾਲ, ਜਿਨ੍ਹਾਂ ਦੀ ਡਿਊਟੀ ਹੈ ਕਿ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦੀ ਜਿਹੜੀ ਪੋਲਿੰਗ ਹੋਣੀ ਹੈ ਉਸ ਦੇ ਵਿੱਚ ਉਹਨਾਂ ਵੱਲੋਂ ਹਰ ਥਾਂ ਤੇ ਸਹੀ ਢੰਗ ਦੇ ਨਾਲ ਜੋ ਹੈ ਉਹ ਆਪਣੀ ਕਾਰਗੁਜ਼ਾਰੀ ਨੂੰ ਨੇਪਰੇ ਚਾੜਨਾ। ਇਸ ਦੇ ਨਾਲ ਹੀ ਹਰ ਇੱਕ ਪੋਲਿੰਗ ਬੂਥ ਦੀ ਜਿਹੜੀ ਸਿੱਧੀ ਨਜ਼ਰ ਹੈ ਉਹ ਚੋਣ ਕਮਿਸ਼ਨ ਦੀ ਬਣੀ ਰਹੇਗੀ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ, ਕਿਉਂਕਿ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਪ੍ਰਬੰਧ ਜਿਹੜੇ ਇੱਥੇ ਕੀਤੇ ਜਾ ਰਹੇ ਨੇ ਔਰ ਡਿਊਟੀਆਂ ਤੇ ਜੋ ਹੈ ਇੱਥੋਂ ਪਾਰਟੀਆਂ ਰਵਾਨਾ ਕੀਤੀਆਂ ਜਾ ਰਹੀਆਂ ਨੇ। ਤਾਂ ਦੂਸਰੇ ਪਾਸੇ ਦੀ ਵੀ ਅਸੀਂ ਤਸਵੀਰ ਦਿਖਾਵਾਂਗੇ ਜਿੱਥੇ ਕਿ ਪੋਲਿੰਗ ਪਾਰਟੀਆਂ ਨੂੰ ਈਵੀਐਮ ਮਸ਼ੀਨਾਂ ਦੇ ਕੇ ਆਪਣੇ ਜਿਹੜੇ ਜਿੱਥੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ। ਤਾਂ ਇਸ ਵਾਰ ਇੱਕ ਖਾਸ ਚੀਜ਼ ਇਹ ਹੈ, ਕਿਉਂਕਿ ਜੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਤੇ ਮੁੱਖ ਚੋਣ ਅਧਿਕਾਰੀ ਵੀ ਨੇ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ 30,000 ਤੋਂ ਵੱਧ ਨਵੇਂ ਵੋਟਰ ਨੇ, ਨੌਜਵਾਨ ਨੇ, ਜੋ ਕਿ ਪਹਿਲੀ ਵਾਰ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਜਾ ਰਹੇ ਨੇ। ਤਾਂ ਉਹਨਾਂ ਦੇ ਲਈ ਇੱਕ ਖਾਸ ਪ੍ਰੋਜੈਕਟ ਦਾ ਵੀ ਜੋ ਹੈ ਉਹ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਸਨਮਾਨ ਦਾ ਨਾਮ ਦਿੱਤਾ ਗਿਆ। ਯਾਨੀ ਕਿ ਜਦੋਂ ਕੋਈ ਪਹਿਲੀ ਵਾਰ ਆਪਣੀ ਵੋਟ ਕਾਸਟ ਕਰੇਗਾ ਤਾਂ ਉਸ ਨੂੰ ਇੱਕ ਖਾਸ ਸਰਟੀਫਿਕੇਟ ਦਿੱਤਾ ਜਾਏਗਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਿਸ ਦੇ ਜਿਹੜੇ ਜਵਾਨ ਨੇ ਜਾਂ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਇੱਥੋਂ ਵੱਖ-ਵੱਖ ਥਾਵਾਂ ਦੇ ਲਈ ਰਵਾਨਾ ਕੀਤਾ ਜਾ ਰਿਹਾ। ਤਾਂ ਬਿਲਕੁਲ ਇਸੇ ਹੀ ਇਮਾਰਤ ਦੇ ਦੂਸਰੇ ਪਾਸੇ ਖਾਸ ਜਿਹੜੀਆਂ ਤਿਆਰੀਆਂ ਪੋਲਿੰਗ ਪਾਰਟੀਆਂ ਜਿਨ੍ਹਾਂ ਨੂੰ ਤਿਆਰ ਕੀਤਾ ਜਾ ਰਿਹਾ, ਜੋ ਕਿ ਕੱਲ ਜਿਹੜੀ ਜਦੋਂ VOTING ਹੋਏਗੀ ਤਾਂ ਉਹਨਾਂ ਦੀ ਨਿਗਰਾਨੀ ਹੇਠ ਹੀ ਸਾਰੀ ਜਿਹੜੀ VOTING ਪ੍ਰਕਿਰਿਆ, ਪੋਲਿੰਗ ਪ੍ਰਕਿਰਿਆ ਉਹ ਉਹਨਾਂ ਦੀ ਨਿਗਰਾਨੀ ਹੇਠ ਹੋਏਗੀ। ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਚਿੱਟੇ ਰੰਗ ਦਾ ਇੱਕ ਟੈਂਟ ਨਜ਼ਰ ਆ ਰਿਹਾ, ਉੱਥੇ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਔਰ ਇੱਥੋਂ ਜਿਹੜੇ ਜਿੰਨੇ ਵੀ ਅਧਿਕਾਰੀ ਨੇ, ਭਾਵੇਂ ਉਹ ਰਿਟਰਨਿੰਗ ਆਫੀਸਰ ਨੇ ਜਾਂ ਫਿਰ ਅਬਜ਼ਰਵਰ ਨੇ, ਤਾਂ ਇੱਥੋਂ ਡਿਊਟੀਆਂ ਲਗਾ ਕੇ ਪੋਲਿੰਗ ਪਾਰਟੀਆਂ ਨੂੰ ਅੱਗੇ ਰਵਾਨਾ ਕੀਤਾ ਜਾ ਰਿਹਾ। ਤਾਂ ਸੁਰੱਖਿਆ ਦੇ ਨਾਲ ਜੋ ਸਭ ਤੋਂ ਜ਼ਰੂਰੀ ਚੀਜ਼ ਹੈ, ਜੋ ਕਿ ਚੋਣ ਕਮਿਸ਼ਨ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ, ਤਾਂ ਇੱਥੇ ਇੱਕ ਹੋਰ ਚੀਜ਼ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਟਰਾਲੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਵੀਲ ਚੇਅਰਜ਼ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਹੜੇ ਵਿਕਲਾਂਗ ਨੇ ਜਾਂ ਜਿਹੜੇ ਬਜ਼ੁਰਗ ਹੋਣਗੇ, ਕਿਉਂਕਿ ਬਹੁਤ ਸਾਰੇ ਵੋਟਰ ਐਸੇ ਵੀ ਨੇ ਜੋ ਕਿ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀਲ ਚੇਅਰ ਜਿਹੜੀਆਂ ਨੇ ਇਹ ਵੀ ਉੱਥੇ ਪੋਲਿੰਗ ਪਾਰਟੀਆਂ ਦੇ ਨਾਲ ਭੇਜੀਆਂ ਜਾ ਰਹੀਆਂ ਨੇ ਕਿ ਜੇਕਰ ਕਿਸੇ ਨੂੰ ਕੋਈ ਤੁਰਨ ਦੇ ਵਿੱਚ ਦਿੱਕਤ ਹੈ, ਕੋਈ ਵਿਕਲਾਂਗ ਹੈ, ਕੋਈ ਬਜ਼ੁਰਗ ਹੈ, ਤਾਂ ਉਹਨਾਂ ਨੂੰ ਵੀਲ ਚੇਅਰ ਦੀ ਸੁਵਿਧਾ ਜਿਹੜੀ ਆ ਉਹ ਵੀ ਮੁਹੱਈਆ ਕਰਵਾਈ ਜਾਏਗੀ। ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪੋਲਿੰਗ ਪਾਰਟੀਆਂ ਦੀਆਂ ਡਿਊਟੀਆਂ ਲਗਾਉਣ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਹਲਕਿਆਂ ਦੇ ਲਈ ਵੱਖ-ਵੱਖ ਜਿਹੜੇ ਪੋਲਿੰਗ ਬੂਥ ਹੋਣਗੇ ਉਹਨਾਂ ਦੇ ਲਈ ਰਵਾਨਾ ਕੀਤਾ ਜਾਏਗਾ। ਤਾਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਤਾਂ ਕੱਲ ਅਸੀਂ ਜਿਹੜਾ ਕਹਿ ਸਕਦੇ ਕਿ ਹਰ ਇੱਕ ਨਾਗਰਿਕ, ਹਰ ਇੱਕ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਇਹ ਤੈਅ ਕਰੇਗਾ ਕਿ ਆਖਿਰਕਾਰ ਉਹਨਾਂ ਨੇ ਆਪਣੇ ਹਲਕੇ ਦੀ ਜਿਹੜੀ ਵਾਗਡੋਰ ਹੈ ਉਹ ਕਿਸ ਦੇ ਹੱਥ ਦੇਣੀ ਹੈ। ਤਾਂ ਇਹ ਸਾਰੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਵੱਖ-ਵੱਖ ਵਿਭਾਗਾਂ ਦੇ, ਤਾਂ 10,000 ਤੋਂ ਵੀ ਵੱਧ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਪੋਲਿੰਗ ਪ੍ਰਕਿਰਿਆ ਨੂੰ ਜੋ ਹੈ ਉਹ ਸੁਚੱਜੇ ਢੰਗ ਦੇ ਨਾਲ ਨੇਪਰੇ ਚਾੜਨ ਦੇ ਲਈ ਡਿਊਟੀਆਂ ਤੇ ਤੈਨਾਤ ਕੀਤੇ ਗਏ ਨੇ। ਤਾਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾ ਰਿਹਾ। ਤਾਂ ਜਿਸ ਤਰ੍ਹਾਂ ਕੱਲ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਚੋਣ ਜਿਹੜੇ
ਕਮਿਸ਼ਨ ਦੇ ਆਦੇਸ਼ਾਂ ਦੇ ਮੁਤਾਬਕ ਇੱਕ ਜਾਗੋ ਕੱਢੀ ਗਈ ਸੀ, ਯਾਨੀ ਕਿ ਵੋਟਰ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਢੰਗ ਜਿਹੜੇ ਨੇ ਉਹ ਅਪਣਾਏ ਜਾ ਰਹੇ ਨੇ ਤਾਂ ਕਿ ਲੋਕ ਆਪਣੇ ਵੋਟ ਦਾ ਸਹੀ ਇਸਤੇਮਾਲ ਕਰ ਸਕਣ। ਕਿਸੇ ਤਰ੍ਹਾਂ ਦਾ ਕੋਈ ਲਾਲਚ ਜੋ ਹੈ ਉਹ ਜੇਕਰ ਉਹਨਾਂ ਨੂੰ ਕੋਈ ਦੇਣ ਆਉਂਦਾ ਤਾਂ ਉਸ ਨੂੰ ਦਰਕਿਨਾਰ ਕਰਕੇ ਸਿੱਧੇ ਤੌਰ ਤੇ ਇਹ ਆਪਣੇ ਦਹਨ ਦੇ ਵਿੱਚ ਰੱਖਣ ਕਿ ਆਖਿਰਕਾਰ 5 ਸਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੇ ਹਲਕੇ ਦੀ ਉਹ ਕਿਸ ਉਮੀਦਵਾਰ ਨੂੰ ਦੇਣੀ ਹੈ। ਤਾਂ ਤਿਆਰੀਆਂ ਪੂਰੀਆਂ ਨੇ, ਤਾਂ ਇੱਥੋਂ ਪੋਲਿੰਗ ਪਾਰਟੀਆਂ ਰਵਾਨਾ ਹੋਣਗੀਆਂ ਔਰ ਕੱਲ ਸਵੇਰੇ 8 ਵਜੇ ਤੋਂ ਪੋਲਿੰਗ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਏਗੀ ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਤਾਂ ਇੱਥੋਂ ਇਹਨਾਂ ਪਾਰਟੀਆਂ ਨੂੰ ਜਦੋਂ ਰਵਾਨਾ ਕੀਤਾ ਜਾਏਗਾ ਤਾਂ ਕੱਲ ਸਵੇਰੇ ਇਹ ਦੇਖਣਾ ਹੋਏਗਾ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਜਿਹੜੀ ਪੋਲਿੰਗ ਪ੍ਰਕਿਰਿਆ ਹੈ ਉਹ ਚੱਲਦੀ ਹੈ, ਕਿਉਂਕਿ ਚੋਣ ਕਮਿਸ਼ਨ ਵੱਲੋਂ ਬਹੁਤ ਵੱਡੇ ਦਾਅਵੇ ਵੀ ਕੀਤੇ ਗਏ ਨੇ ਔਰ ਬਹੁਤ ਵੱਡੇ ਪ੍ਰਬੰਧ ਵੀ ਇਸ ਵਾਰ ਕੀਤੇ ਗਏ ਨੇ, ਜਿੱਥੇ CCTV ਕੈਮਰਿਆਂ ਦੀ ਨਜ਼ਰ ਰਹੇਗੀ। ਉਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਜਿਹੜੇ ਪਹਿਲੀ ਵਾਰ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ ਉਹਨਾਂ ਨੂੰ ਇੱਕ ਖਾਸ ਸਰਟੀਫਿਕੇਟ ਵੀ ਦਿੱਤਾ ਜਾਏਗਾ, ਸਨਮਾਨਿਤ ਕੀਤਾ ਜਾਏਗਾ। ਤਾਂ ਲਗਾਤਾਰ ਅੱਜ ਪੂਰਾ ਦਿਨ ਇਹਨਾਂ ਪੋਲਿੰਗ ਪਾਰਟੀਆਂ ਨੂੰ ਜੋ ਹੈ ਇੱਥੋਂ ਰਵਾਨਾ ਕੀਤਾ ਜਾਏਗਾ ਜੋ ਕਿ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੋਲਿੰਗ ਪ੍ਰਕਿਰਿਆ ਦੀ ਜਿਹੜੀ ਕਮਾਨ ਹੈ ਉਹ ਸੰਭਾਲ ਕੇ ਰੱਖਣਗੇ। ਜੀ ਪਰਵਿੰਦਰ ਜੀ ਜਿਵੇਂ ਕਿ ਰਾਜੀਵ ਸ਼ਰਮਾ ਸਾਡੇ ਸਹਿਯੋਗੀ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾਈਆਂ, ਚੋਣ ਕਮਿਸ਼ਨ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਸਾਫ਼ ਤੌਰ ਤੇ ਚੋਣ ਅਮਲੇ ਨੂੰ ਰਵਾਨਾ ਕੀਤਾ ਜਾ ਰਿਹਾ ਵੱਖ-ਵੱਖ ਜਗ੍ਹਾਵਾਂ ਤੇ ਪੋਲਿੰਗ ਬੂਥਾਂ ਤੇ। ਰਾਜੀਵ ਬਣੇ ਰਹੋ। ਹੁਣ ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ ਬਾਅਦ ਮਾਝਾ ਖੇਤਰ ਤੋਂ ਬਾਅਦ ਦੁਆਬਾ ਖੇਤਰ ਦੀ ਜਲੰਧਰ ਦੀ, ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਜਲੰਧਰ ਤੋਂ ਮੇਰੇ ਸਹਿਯੋਗੀ ਸੁਰਿੰਦਰ ਕੰਬੋਜ ਜੁੜੇ ਹੋਏ ਨੇ। ਸੁਰਿੰਦਰ, ਜਿਵੇਂ ਕਿ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾਈਆਂ ਰਾਜੀਵ ਸ਼ਰਮਾ ਨੇ, ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀਆਂ ਚੋਣ ਕਮਿਸ਼ਨ ਦੀਆਂ ਪੁਲਿਸ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ, ਫਿਲਹਾਲ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ ਸਾਡੇ ਦਰਸ਼ਕਾਂ ਤੱਕ ਪਹੁੰਚਾਓ। ਬਿਲਕੁਲ ਪਰਮਿੰਦਰ, ਜਿੱਦਾਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਦੱਸ ਰਹੇ ਸੀਗੇ ਵੀ ਉੱਥੇ ਜਿਹੜੀ ਚੋਣਾਂ ਹੋਣੀ, ਜਿਹੜੇ ਕੱਲ ਚੋਣਾਂ ਹੋਣੀਆਂ ਨੇ ਉਹਦੀਆਂ ਤਿਆਰੀਆਂ ਬਾਰੇ ਵੇਰਵਾ ਦਿੱਤਾ ਹੈਗਾ। ਸੇਮ ਉਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਤਿਆਰੀਆਂ ਮੁਕੰਮਲ ਕਰ ਰਿਹਾ ਤੇ ਤੁਹਾਨੂੰ ਤਸਵੀਰਾਂ ਆਪਣੇ ਦਰਸ਼ਕਾਂ ਨਿਊਜ਼ 18 ਦੇ ਦਰਸ਼ਕਾਂ ਨੂੰ ਤਸਵੀਰਾਂ ਦਿਖਾ ਦਿੰਦੇ ਆ ਵੀ ਇਸ ਵੇਲੇ ਤਿਆਰੀਆਂ ਜਿਹੜੇ ਚੋਣਾਂ ਕਮਿਸ਼ਨ ਹੈਗੇ ਉਹਨਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਸੁਰੱਖਿਆ ਦੇ ਪੱਖੋਂ ਵੀ ਧਿਆਨ ਰੱਖਦੇ ਹੋਏ 19 ਕੰਪਨੀਆਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਫੋਰਸ ਦੀਆਂ ਲਗਾਈਆਂ ਗਈਆਂ। ਤੁਹਾਨੂੰ ਇੱਕ ਰੂਟ ਪਲਾਨ ਜਿਹੜਾ ਇੱਥੇ ਬਾਹਰ ਲਗਾਇਆ, ਕਿਉਂਕਿ ਹਰ ਇੱਕ ਹਲਕੇ ਦੇ ਜਿਹੜੀਆਂ EVM ਮਸ਼ੀਨਸ ਹੈਗੀਆਂ ਅਲੱਗ-ਅਲੱਗ ਜਗ੍ਹਾ ਤੇ ਹੈਗੀਆਂ। ਜੇ ਅਸੀਂ ਇਸ ਵੇਲੇ ਲਾਡੋਵਾਲੀ ਰੋਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੈਗੇ ਆ ਔਰ ਇੱਥੇ ਦੇ ਜਿਹੜੇ ਮਸ਼ੀਨਾਂ ਹੈਗੀਆਂ ਉਹ ਨਾਰਥ ਹਲਕੇ ਵਾਸਤੇ ਹੈਗੀਆਂ ਔਰ ਨਾਰਥ ਹਲਕੇ ਨੂੰ ਇੱਥੇ ਅਲੱਗ-ਅਲੱਗ ਬੱਸਾਂ ਦੇ ਵਿੱਚ ਇਹ ਜਿਹੜਾ ਰੂਟ ਪਲਾਨ ਜਿਹੜੇ ਇੱਥੇ ਬਾਹਰ ਲੱਗੇ ਹੈਗੇ ਆ ਉਹਦੇ ਥਰੂ ਜਿਹੜੀਆਂ ਹੈਗੀਆਂ ਜਾਣੀਆਂ ਹੈਗੀਆਂ। ਜਿੱਦਾਂ ਇਹ ਵਾਲਾ ਰੂਟ ਨੰਬਰ 30 ਲੱਗਿਆ ਹੈਗਾ ਗਵਰਨਮੈਂਟ ਐਜੂਕੇਸ਼ਨ ਸਕੂਲ ਕਿਸ਼ਨਪੁਰਾ ਹੈਗਾ ਆ, ਇੱਥੇ ਜਾਣਗੀਆਂ। ਰੂਟ ਨੰਬਰ 34 ਜਿਹੜਾ ਹੈਗਾ ਇੱਥੋਂ ਮਸ਼ੀਨਾਂ ਜਿਹੜੀਆਂ ਹੈਗੀਆਂ ਕਿਲ੍ਹਾ ਮਹੱਲੇ ਨੂੰ ਜਾਣਗੀਆਂ। ਅਲੱਗ-ਅਲੱਗ ਥੋੜੀਆਂ ਤਸਵੀਰਾਂ ਅੰਦਰਲੀਆਂ ਵੀ ਦਿਖਾ ਦਿੰਦੇ ਆ। ਅੰਦਰ ਜਿਹੜੀਆਂ ਮੁਕੰਮਲ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਨੇ ਔਰ EVM ਮਸ਼ੀਨਾਂ ਥੋੜੀ ਦੇਰ ਬਾਅਦ ਇੱਥੋਂ ਬਾਹਰ ਲੈ ਕੇ ਜਾਈਆਂ ਜਾਣਗੀਆਂ। ਔਰ ਇਹ ਵੀ ਦੱਸ ਦਿੰਦਾ ਇੱਥੇ ਜ਼ਰੂਰੀ ਹੈਗਾ ਸੁਰੱਖਿਆ ਪੱਖੋਂ ਜਿਹੜੀਆਂ 19 ਕੰਪਨੀਆਂ ਜਿਹੜੀਆਂ CRPF ਦੀਆਂ ਲਗਾਈਆਂ ਗਈਆਂ ਨੇ ਉਹਨਾਂ ਦੇ ਵਿੱਚ ਵੀ ਵੱਡੀ ਸੰਖਿਆ ਦੇ ਵਿੱਚ ਜਿਹੜੇ ਜਵਾਨ ਹੈਗੇ ਉਹ ਮੌਜੂਦ ਹੈਗੇ ਨੇ ਔਰ ਇੱਥੋਂ ਮਸ਼ੀਨਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਨਾਰਥ ਹਲਕੇ ਦੇ ਅਲੱਗ-ਅਲੱਗ ਸਰਕਾਰੀ ਸਕੂਲਾਂ ਦੇ ਵਿੱਚ ਭੇਜੀਆਂ ਜਾਣਗੀਆਂ। ਔਰ ਖਾਸ ਕਰ ਵਿਕਲਾਂਗਾਂ ਵਾਸਤੇ ਵੀ ਖਾਸ ਧਿਆਨ ਰੱਖਿਆ ਗਿਆ ਹੈ। ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਉਹਨਾਂ ਵਾਸਤੇ ਵੀ ਖਾਸ ਧਿਆਨ ਰੱਖਿਆ ਗਿਆ। ਵੀਲ ਚੇਅਰ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਜਿਹੜਾ ਹੈਗਾ ਉਹ ਇਹਨਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤੇ ਨਾਲ ਦੀ ਨਾਲ ਜਿਨ੍ਹਾਂ ਦੀ ਨਵੀਂ ਵੋਟ, ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਣੀ ਹੈਗੀ ਆ, ਜਿਹੜੇ ਨਵੇਂ ਵੋਟਰ ਇਸ ਵਾਰ ਬਣੇ ਹੈਗੇ ਨੇ ਉਹਨਾਂ ਨੂੰ ਵੀ ਸਪੈਸ਼ਲ ਸਰਟੀਫਿਕੇਟ ਜਿਹੜਾ ਹੈਗਾ ਉਹ ਵੀ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤਾ ਜਾਣਾ ਹੈਗਾ। ਔਰ ਨਾਲ ਦੀ ਨਾਲ ਕੁਝ ਜਿਹੜੇ ਪੋਲਿੰਗ ਸਟੇਸ਼ਨ ਹੈਗੇ ਮਾਡਰਨ ਤਰੀਕੇ ਦੇ ਜਿਹੜੇ ਪੋਲਿੰਗ ਸਟੇਸ਼ਨ ਬਣਾਏ ਗਏ ਹੈਗੇ ਉੱਥੇ ਵੋਟਰਾਂ ਨੂੰ ਕੂਪਨ ਦਿੱਤੇ ਜਾਣਗੇ। ਕੂਪਨ ਸਿਰ ਉਹਨਾਂ ਦੀ ਵਾਰੀ ਆਏਗੀ ਔਰ ਵਾਰੀ ਉਹ ਆਪਣੀ ਵੋਟ ਕਾਸਟ ਕਰਨਗੇ। ਔਰ ਅਲੱਗ-ਅਲੱਗ ਚੌਂਕਾਂ ਦੇ ਵਿੱਚ ਅਲੱਗ-ਅਲੱਗ ਚੌਰਾਹਿਆਂ ਦੇ ਵਿੱਚ ਇੱਕ ਸਲੋਗਨ ਦਿੱਤੇ ਗਏ ਹੈਗੇ ਨੇ ਤਾਂ ਕਿ ਜਿਹੜੇ ਨਵੇਂ ਵੋਟਰ ਹੈਗੇ ਨੇ ਜਿਹੜੇ ਵੋਟ ਪਾਉਣ ਤੋਂ ਕਤਰਾਉਂਦੇ ਹੈਗੇ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਜਿਹੜੇ ਸਲੋਗਨ ਦਿੱਤੇ ਹੈਗੇ ਆ ਉਹ ਉਹਨਾਂ ਦੇ ਉੱਤੇ ਸਪੈਸ਼ਲ ਤੌਰ ਤੇ ਜਿਹੜੇ ਨਵੇਂ ਵੋਟਰ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਤਰ੍ਹਾਂ ਦੇ ਸਲੋਗਨ ਜਿਹੜੇ ਅਲੱਗ-ਅਲੱਗ ਚੌਂਕਾਂ ਦੇ ਵਿੱਚ ਲਗਾਏ ਗਏ ਹਨ। ਤੇ ਨਾਲ ਦੀ ਨਾਲ 40 ਜਿਹੜੇ CCTV ਕੈਮਰੇ ਅਲੱਗ-ਅਲੱਗ ਗੱਡੀਆਂ ਦੇ ਉੱਤੇ ਲਾ ਕੇ ਗੱਡੀਆਂ ਪੂਰੇ ਜ਼ਿਲ੍ਹੇ ਦੇ ਵਿੱਚ ਘੁਮਾਈਆਂ ਜਾ ਰਹੀਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਘਟਨਾ ਹੁੰਦੀ ਆ ਉੱਤੇ ਪੈਣੀ ਨਜ਼ਰ ਜਿਹੜੀ ਹੈਗੀ CCTV ਕੈਮਰੇ ਰਾਹੀਂ ਰੱਖੀ ਜਾਵੇ। ਔਰ ਪੂਰਾ ਕੰਟਰੋਲ ਰੂਮ ਜਿਹੜਾ ਹੈਗਾ ਪੁਲਿਸ ਲਾਈਨ ਦੇ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਉਹਦੀ ਨਿਗਰਾਨੀ ਕੀਤੀ ਜਾ ਰਹੀ ਹੈ। ਔਰ तमाम ਜਿਹੜੇ ਅਧਿਕਾਰੀ ਹੈਗੇ ਆ ਜਾਂ ਅਬਜ਼ਰਵਰ ਹੈਗੇ ਜਾਂ ਰਿਟਰਨਿੰਗ ਅਫਸਰ ਹੈਗੇ ਇੱਥੇ ਮੌਜੂਦ ਹੈਗੇ ਨੇ। ਔਰ ਥੋੜੀ ਦੇਰ ਬਾਅਦ
ਇੱਥੋਂ ਮਸ਼ੀਨਾਂ ਜਿਹੜੀਆਂ ਹੈਗੀਆਂ ਨਾਰਥ ਹਲਕੇ ਦੇ, ਕਿਉਂਕਿ ਅਲੱਗ-ਅਲੱਗ ਹਲਕੇ ਦੇ ਜਿਹੜੀਆਂ ਮਸ਼ੀਨਾਂ ਹੈਗੀਆਂ ਅਲੱਗ-ਅਲੱਗ ਜਗ੍ਹਾ ਤੇ ਰੱਖੀਆਂ ਗਈਆਂ। ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਲਾਡੋ ਵਾਲੀ ਰੋਡ ਦੇ ਉੱਤੇ ਹੈਗਾ, ਉਹਦੇ ਵਿੱਚ ਨਾਰਥ ਹਲਕੇ ਦੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਇੱਥੇ ਰੱਖੀਆਂ ਗਈਆਂ ਹੈ। ਜੀ ਪਰਮਿੰਦਰ। ਠੀਕ ਹੈ ਸੁਰਿੰਦਰ, ਬਣੇ ਰਹੋ, ਤਸਵੀਰਾਂ ਸਾਡੇ ਦਰਸ਼ਕਾਂ ਤੱਕ ਵਿਖਾਉਂਦੇ ਰਹੋ। ਜਲੰਧਰ ਦੀਆਂ ਅਸੀਂ ਤਸਵੀਰਾਂ ਵਿਖਾਈਆਂ ਨੇ। ਜਲੰਧਰ ਦੇ ਵਿੱਚ ਵੀ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਦੇ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਵੱਲੋਂ, ਤੇ ਚੋਣ ਅਮਲਾ ਵੀ ਹੌਲੀ-ਹੌਲੀ ਕਰਕੇ ਪੋਲਿੰਗ ਬੂਥਾਂ ਦੇ ਰਵਾਨਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਲੁਧਿਆਣਾ ਤੋਂ ਸਾਡੇ ਸਹਿਯੋਗੀ ਰੋਹਿਤ ਗੌੜ ਵੀ ਜੁੜੇ ਹੋਏ ਨੇ, ਪਰ ਪਹਿਲਾਂ ਰੁਕ ਕਰਦੇ ਹਾਂ ਰੋਪੜ ਦਾ। ਰੋਪੜ ਤੋਂ ਮੇਰੇ ਸਹਿਯੋਗੀ ਅਵਤਾਰ ਕੰਬੋਜ ਜੁੜੇ ਹੋਏ ਨੇ। ਅਵਤਾਰ, ਜਿਵੇਂ ਕਿ ਅਸੀਂ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾਈਆਂ, ਅਸੀਂ ਜਲੰਧਰ ਦੀਆਂ ਤਸਵੀਰਾਂ ਵਿਖਾਈਆਂ, ਰੋਪੜ ਦੀਆਂ ਤਸਵੀਰਾਂ ਵੀ ਜ਼ਰੂਰ ਦਰਸ਼ਕਾਂ ਨੂੰ ਵਿਖਾਓ ਕਿ ਫਿਲਹਾਲ ਕਿਸ ਤਰ੍ਹਾਂ ਦੀਆਂ ਤਿਆਰੀਆਂ ਰੋਪੜ ਦੇ ਵਿੱਚ ਨਜ਼ਰ ਆ ਰਹੀਆਂ ਨੇ। ਜੀ ਪਰਵਿੰਦਰ, ਬਿਲਕੁਲ ਵਿਧਾਨ ਸਭਾ ਜੋ ਵਿਧਾਨ ਸਭਾ 2022 ਹੈ ਉਸ ਨੂੰ ਚੁਣਨ ਦੀ ਪ੍ਰਕਿਰਿਆ ਅੰਤਿਮ ਪੜਾਵਾਂ ਤੇ ਪਹੁੰਚ ਚੁੱਕੀ ਹੈ। ਸਾਰੇ ਜੋ ਪ੍ਰਬੰਧ ਨੇ ਮੁਕੰਮਲ ਕਰ ਲਿੱਤੇ ਗਏ ਨੇ ਤੇ ਕੱਲ 20 ਫਰਵਰੀ ਨੂੰ ਜੋ ਵੋਟਰ ਹੈਗੇ ਉਹ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨਗੇ ਅਤੇ ਆਪੋ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਚੁਣਨਗੇ। ਅਸੀਂ ਇਸ ਵੇਲੇ ਰੋਪੜ ਦੇ ਸਰਕਾਰੀ ਕਾਲਜ ਦੇ ਵਿੱਚ ਮੌਜੂਦ ਹਾਂ, ਜਿੱਥੇ ਰੋਪੜ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ, ਰੋਪੜ ਦੇ ਹਲਕੇ ਤੋਂ ਇਲਾਵਾ ਸ੍ਰੀ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ, ਤਿੰਨੋਂ ਵਿਧਾਨ ਸਭਾ ਹਲਕਿਆਂ ਦੇ 694 ਪੋਲਿੰਗ ਬੂਥ ਜਿੱਥੇ ਕੱਲ ਨੂੰ ਵੋਟਰਾਂ ਦੇ ਵੱਲੋਂ ਵੋਟਾਂ ਪਾਈ ਜਾਣੀਆਂ, ਉੱਥੇ ਚੋਣ ਅਮਲੇ ਨੂੰ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਟੇਬਲ ਲੱਗੇ ਹੋਏ ਨੇ, ਵੱਖ-ਵੱਖ ਟੇਬਲ ਲੱਗੇ ਹੋਏ ਨੇ, ਜਿੱਥੋਂ ਬੂਥ ਅਲਾਟ ਕੀਤੇ ਹੋਏ ਨੇ। ਉਹਨਾਂ ਬੂਥਾਂ ਦੇ ਲਈ ਜੋ ਚੋਣ ਅਮਲਾ ਜਾਏਗਾ ਉਸ ਨੂੰ ਸਮਾਨ ਦਿੱਤਾ ਜਾਵੇਗਾ। ਚੋਣ ਸਮੱਗਰੀ ਜੋ ਦਿੱਤੀ ਜਾਵੇਗੀ ਉਹ ਚੋਣ ਸਮੱਗਰੀ ਲੈ ਕੇ ਜੋ ਵੱਖ-ਵੱਖ ਪੋਲਿੰਗ ਸਟਾਫ ਹੈਗਾ ਉਹ ਆਪੋ ਆਪਣੇ ਪੋਲਿੰਗ ਬੂਥਾਂ ਦੇ ਉੱਪਰ ਪਹੁੰਚ ਜਾਵੇਗਾ, ਕਿਉਂਕਿ ਹੁਣ ਤੋਂ ਕੁਝ ਹੀ ਦੇਰ ਬਾਅਦ ਇੱਥੋਂ ਵੋਟਿੰਗ ਮਸ਼ੀਨਾਂ ਲੈ ਕੇ ਬਾਕੀ ਚੋਣ ਸਮੱਗਰੀ ਲੈ ਕੇ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ। ਚੋਣ ਸਮੱਗਰੀ ਇਹਨਾਂ ਟੇਬਲਾਂ ਦੇ ਉੱਤੇ ਮੌਜੂਦ ਹੈ ਅਤੇ ਜੋ ਸਟਾਫ ਹੈ ਇੱਥੇ ਜੋ ਸੈਕਟਰ ਆਫੀਸਰ ਨੇ ਉਹ ਵੀ ਤਾਇਨਾਤ ਨੇ ਤੇ ਇਹਨਾਂ ਦੇ ਵੱਲੋਂ ਜੋ ਪੋਲਿੰਗ ਸਟੇਸ਼ਨਾਂ ਦੇ ਉੱਪਰ ਭੇਜਣ ਵਾਲਾ ਜੋ ਚੋਣ ਅਮਲਾ ਹੈਗਾ ਉਸ ਨੂੰ ਭੇਜਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਵੱਖ-ਵੱਖ ਜਿਵੇਂ ਜਿਸ ਜਗ੍ਹਾ ਤੇ ਵੋਟ ਪੈਂਦੀ ਹੁੰਦੀ ਹੈ ਉੱਥੇ ਇੱਕ ਕੰਪਾਰਟਮੈਂਟ ਟਾਈਪ ਬਣਾਇਆ ਹੁੰਦਾ ਹੈ, ਭਾਰਤ ਚੋਣ ਕਮਿਸ਼ਨ ਵੋਟਿੰਗ ਕੰਪਾਰਟਮੈਂਟ। ਇਹ ਉਹੀ ਗੱਤੇ ਨੇ ਜਿਨ੍ਹਾਂ ਦੇ ਨਾਲ ਉਸ ਏਰੀਆ ਨੂੰ ਢਕਿਆ ਜਾਂਦਾ ਤਾਂ ਕਿ ਜਦੋਂ ਵੋਟ ਪਾਈ ਜਾਂਦੀ ਹੈ ਤਾਂ ਨਿਰਪੱਖ ਰੂਪ ਦੇ ਵਿੱਚ ਪਾਈ ਜਾਵੇ ਅਤੇ ਉਸ ਵੋਟ ਪਾਉਣ ਦੇ ਵੇਲੇ ਇਹ ਨਾ ਪਤਾ ਚੱਲੇ ਕਿ ਜੋ ਵੋਟਰ ਵੋਟ ਪਾ ਰਿਹਾ ਹੈ ਉਹ ਕਿਸ ਨੂੰ ਵੋਟ ਪਾ ਰਿਹਾ ਹੈ, ਕਿਉਂਕਿ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਂਦਾ ਹੈ। ਚੋਣ ਕਮਿਸ਼ਨ ਦੇ ਵੱਲੋਂ ਜਿੰਨੀਆਂ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਇਸ ਵੇਲੇ ਜੋ ਸਟਾਫ ਹੈਗਾ ਸਰਕਾਰੀ ਕਾਲਜ ਰੋਪੜ ਦੇ ਵਿੱਚ ਸਟਾਫ ਵੱਖ-ਵੱਖ ਟੇਬਲਾਂ ਦੇ ਉੱਪਰ ਮੌਜੂਦ ਹੈ ਤੇ ਚੋਣ ਅਮਲਾ, ਕਿਉਂਕਿ 694 ਜੋ ਪੋਲਿੰਗ ਬੂਥ ਨੇ ਉਸ ਦੇ ਉੱਪਰ 882 ਟੀਮਾਂ ਨੇ, 882 ਜੋ ਪੋਲਿੰਗ ਸਟਾਫ ਦੀਆਂ ਟੀਮਾਂ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਸਾਰੀ ਚੋਣ ਪ੍ਰਕਿਰਿਆ ਨੇਪਰੇ ਚਾੜੀ ਜਾਵੇਗੀ। ਸਾਡੇ ਨਾਲ ਐਸਡੀਐਮ ਰੋਪੜ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੀ ਇਹ ਜੋ ਹੈਗੀ ਸਾਰੀ ਪ੍ਰਕਿਰਿਆ ਕਿਵੇਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਨੇ, ਕਿਉਂਕਿ ਐਸਡੀਐਮ ਜੋ ਰੋਪੜ ਦੇ ਐਸਡੀਐਮ ਨੇ ਉਹ ਇਸ ਵਕਤ ਮੌਕੇ ਦੇ ਉੱਪਰ ਮੌਜੂਦ ਨੇ। ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ, ਕਿਉਂਕਿ ਜੋ 882 ਟੀਮਾਂ ਨੇ, 882 ਪੋਲਿੰਗ ਸਟਾਫ ਦੀ ਟੀਮਾਂ ਨੇ ਉਹ ਵੱਖ-ਵੱਖ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਦੇ ਉੱਪਰ ਰਵਾਨਾ ਹੋਣਗੀਆਂ। ਐਸਡੀਐਮ ਸਾਹਿਬ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ 882 ਟੀਮਾਂ ਨੇ ਵੱਲੋਂ ਵੱਖ-ਵੱਖ ਜੋ ਪੋਲਿੰਗ ਸਟਾਫ ਦੇ ਉੱਪਰ ਜਾ ਕੇ ਪੋਲਿੰਗ ਸਟੇਸ਼ਨਾਂ ਦੇ ਉੱਪਰ ਜਾ ਕੇ ਸਾਰੀ ਜੋ ਚੋਣ ਪ੍ਰਕਿਰਿਆ ਉਸ ਨੂੰ ਨੇਪਰੇ ਚਾੜਿਆ ਜਾਵੇਗਾ, ਜੋ ਕਿ ਨਿਰਪੱਖ ਤਰੀਕੇ ਨਾਲ ਚੋਣ ਕਮਿਸ਼ਨ ਦੇ ਵੱਲੋਂ ਜੋ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਿਰਪੱਖ ਤਰੀਕੇ ਨਾਲ ਵੋਟਿੰਗ ਪਵਾਈ ਜਾਵੇਗੀ। ਐਸਡੀਐਮ ਸਾਹਿਬ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ। ਐਸਡੀਐਮ ਸਾਹਿਬ ਕਿਸ ਤਰ੍ਹਾਂ ਦੀ ਤਿਆਰੀਆਂ ਹੈਗੀਆਂ? ਲਾਈਵ ਤੁਸੀਂ ਨਿਊਜ਼ 18 ਤੇ ਲਾਈਵ ਹੋ ਜੀ, ਲਾਈਵ ਹੋ ਤੁਸੀਂ ਨਿਊਜ਼ 18 ਤੇ ਕਿਸੇ ਵਿਸ਼ੇਸ਼ ਰੁਝੇਵੇਂ ਦੇ ਵਿੱਚ, ਕਿਉਂਕਿ ਜੋ ਚੋਣ ਪ੍ਰਕਿਰਿਆ ਨੂੰ ਦਾ ਕੰਮ ਜੋ ਨੇਪਰੇ ਚੜ੍ਹਨਾ ਹੁੰਦਾ ਉਹ ਕਾਫੀ ਔਖਾ ਕੰਮ ਵੀ ਕਿਹਾ ਜਾ ਸਕਦਾ, ਕਿਉਂਕਿ ਨਿਰਪੱਖ ਤਰੀਕੇ ਨਾਲ ਚੋਣ ਕਮਿਸ਼ਨ ਦੀ ਜੋ ਹਦਾਇਤਾਂ ਨੇ ਪ੍ਰਸ਼ਾਸਨ ਦੇ ਵੱਲੋਂ ਨਿਰਪੱਖ ਤਰੀਕੇ ਨਾਲ ਨਿਰਪੱਖ ਢੰਗ ਦੇ ਨਾਲ ਆਪਣੇ ਆਪ ਦੇ ਵਿੱਚ ਜ਼ਿੰਮੇਵਾਰੀ ਦਾ ਕੰਮ ਹੈ ਤੇ ਜ਼ਿੰਮੇਵਾਰੀ ਅਧਿਕਾਰੀਆਂ ਵੱਲੋਂ ਨਿਭਾਈ ਜਾ ਰਹੀ ਹੈ। ਪੂਰੀਆਂ ਤਿਆਰੀਆਂ ਨਜ਼ਰ ਆ ਰਹੀਆਂ ਨੇ ਰੋਪੜ ਦੇ ਵਿੱਚ, ਜਿਵੇਂ ਕਿ ਤਸਵੀਰਾਂ ਵਿਖਾਈਆਂ ਨੇ ਅਵਤਾਰ ਕੰਬੋਜ ਨੇ। ਚੋਣ ਕਮਿਸ਼ਨ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ ਨੇ। ਵੱਖ-ਵੱਖ ਜਗ੍ਹਾਵਾਂ ਤੇ ਚੋਣ ਅਮਲੇ ਨੂੰ ਰਵਾਨਾ ਕੀਤਾ ਜਾ ਰਿਹਾ। ਸੋ ਨਿਊਜ਼ 18 ਤੇ ਮਹਾ ਕਵਰੇਜ ਲਗਾਤਾਰ ਅਸੀਂ ਵਿਖਾ ਰਹੇ ਹਾਂ 2022 ਦੇ ਸਿਆਸੀ ਅਖਾੜੇ ਨੂੰ ਲੈ ਕੇ, ਕਿਉਂਕਿ ਹੁਣ ਚੋਣ ਪ੍ਰਚਾਰ ਤਾਂ ਖਤਮ ਹੋ ਗਿਆ ਤੇ ਹੁਣ ਜਨਤਾ ਦੀ ਵਾਰੀ ਹੈ, ਵੋਟਰਾਂ ਦੀ ਵਾਰੀ ਹੈ। ਰੋਪੜ ਤੋਂ ਬਾਅਦ ਹੁਣ ਸਿੱਧਾ ਰੁਖ ਕਰਦੇ ਹਾਂ ਲੁਧਿਆਣਾ ਦਾ। ਲੁਧਿਆਣਾ ਤੋਂ ਮੇਰੇ ਸਹਿਯੋਗੀ ਰੋਹਿਤ ਗੌੜ ਜੁੜੇ ਹੋਏ ਨੇ। ਰੋਹਿਤ, ਅਸੀਂ ਰੋਪੜ ਦੀਆਂ ਤਸਵੀਰਾਂ ਵਿਖਾਈਆਂ, ਜਲੰਧਰ ਦੀਆਂ ਵਿਖਾਈਆਂ, ਅੰਮ੍ਰਿਤਸਰ ਦੀਆਂ ਵਿਖਾਈਆਂ, ਲੁਧਿਆਣਾ ਦੇ ਵਿੱਚ ਫਿਲਹਾਲ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਜ਼ਰ ਆ ਰਹੀਆਂ ਨੇ? ਸਾਡੇ ਦਰਸ਼ਕਾਂ ਤੱਕ ਤਸਵੀਰਾਂ ਵਿਖਾਓ। जी बिल्कुल परमिंदर, मैं तुहानूं दसना चाहूँगा कि लुधियाना दे विच भी तमाम तैयारियां कर लित्तियां गईयां ने और 21,000 जिहड़े मुलाजम जिहड़े वो तैनात किए गए हैं और दूजे पासे 80 पैरामिलिटरी फोर्स जिहड़ी कंपनियां हैगियां वो तैनात कीतियां और पहली बार लुधियाना शहर दे विच होया कि 80
ਜਿਹੜੀ ਕੰਪਨੀਆਂ ਵਾ ਉਹ ਤੈਨਾਤ ਕੀਤੀ ਗਈਆਂ ਔਰ ਆਪਣੇ ਆਪ ਦੇ ਵਿੱਚ ਇੱਥੋਂ ਇਹ ਅੰਦਾਜ਼ਾ ਲੱਗਦਾ ਵਾ ਕਿ ਲੁਧਿਆਣਾ ਕਿੰਨਾ ਸੰਵੇਦਨਸ਼ੀਲ ਹੈਗਾ ਵਾ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਝੜਪਾਂ ਦੇ ਜਿਹੜੇ ਮਾਮਲੇ ਨਿਕਲ ਕੇ ਸਾਹਮਣੇ ਆਏ ਸੀ ਉਸ ਚੀਜ਼ ਨੂੰ ਦੇਖਦੇ ਪ੍ਰਸ਼ਾਸਨ ਪੱਖੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਮੇਰੇ ਨਾਲ ਇਸ ਵੇਲੇ ਜਗਦੀਪ ਸੈਗਲ ਹੈਗੇ ਨੇ ਜਿਹੜੇ SDM ਹੈਗੇ ਨੇ ਔਰ RO ਵੀ ਹੈਗੇ ਨੇ ਔਰ ਚੁਣਾਵ ਦਾ ਪੂਰਾ ਦੇਖਦੇ ਪਏ ਨੇ। ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਰ, ਇਹ ਕਿਸ ਤਰੀਕੇ ਨਾਲ ਤਿਆਰੀਆਂ ਕਰ ਲਿੱਤੀਆਂ, ਕਿੰਨੇ ਬੂਥ ਬਣਾਏ ਗਏ ਨੇ, ਕਿੰਨੀ ਫੋਰਸ ਲਗਾਈ ਗਈ ਹੈ ਔਰ ਕਿਸ ਤਰੀਕੇ ਨਾਲ ਪੂਰੀ ਤਿਆਰੀ ਮੁਕੰਮਲ ਕਰ ਲਿੱਤੀ ਗਈ ਹੈ? ਤਿਆਰੀ ਪੂਰੀ ਮੁਕੰਮਲ ਹੈ ਜੀ ਇਲੈਕਸ਼ਨਸ ਦੀ। ਅਸੀਂ ਪੂਰੇ ਲੁਧਿਆਣੇ ਵਿੱਚ ਵੀ ਹੈਵ 20,000 EMPLOYEES ਜਿਹੜਾ ਪੋਲਿੰਗ ਕੱਲ ਨੂੰ ਉਹ ਪੋਲਿੰਗ ਕਰਾਣਗੇ। 80 ਕੰਪਨੀਆਂ ਡਿਪਲੋਏ ਕੀਤੀਆਂ ਗਈਆਂ ਹੈਗੀਆਂ ਪੈਰਾਮਿਲਟਰੀ ਫੋਰਸਸ ਦੀਆਂ। ਉਸ ਤੋਂ ਬਾਅਦ ਲੁਧਿਆਣੇ 'ਚ 14 ਹਲਕੇ ਨੇ, ਉਹਨਾਂ ਵਿੱਚੋਂ 3 ਹਲਕੇ ਲੁਧਿਆਣਾ ਸਾਊਥ, ਆਤਮ ਨਗਰ ਐਂਡ ਲੁਧਿਆਣਾ ਸੈਂਟਰਲ। ਇਹਨਾਂ ਵਿੱਚ 100% ਸਾਰੇ ਦੇ ਸਾਰੇ ਬੂਥਸ ਤੇ ਪੈਰਾਮਿਲਟਰੀ ਫੋਰਸਸ ਲਗਾਈਆਂ ਗਈਆਂ। ਜਿਹੜੀ ਵੀ EVMs ਮਸ਼ੀਨ ਡਿਸਪੈਚ ਸੈਂਟਰ ਤੋਂ ਬੂਥਸ ਤੇ ਜਾਣਗੀਆਂ, ਪੋਲ ਹੋਣ ਤੋਂ ਬਾਅਦ ਵਾਪਸ ਆਣਗੀਆਂ ਸਟਰੋਂਗ ਰੂਮ 'ਚ ਸੀਲ ਹੋਣ ਵਾਸਤੇ। ਉਹਨਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਹੈ ਉਹ GPS ਵਾਲੀਆਂ ਬੱਸਸ ਤੇ ਹੋ ਰਹੀ ਹੈਗੀ ਹੈ, ਜਿਨ੍ਹਾਂ ਬੱਸਸ 'ਚ ਪੋਲਿੰਗ ਪਾਰਟੀਜ਼ ਦੇ ਨਾਲ ਪੁਲਿਸ ਜਾਂ ਪੈਰਾਮਿਲਟਰੀ ਫੋਰਸਸ ਵੀ ਨਾਲ ਜਾਣਗੀਆਂ। ਸਿਕਿਉਰਿਟੀ ਦੇ ਨਾਲ ਅਸੀਂ ਕੋਵਿਡ ਨਾਲ ਲੜਨ ਵਾਸਤੇ ਵੀ, ਕੋਵਿਡ ਦੀ ਰੋਕਥਾਮ ਵਾਸਤੇ ਵੀ ਪੂਰੇ ਇੰਤਜ਼ਾਮ ਕੀਤੇ ਹੋਏ ਨੇ। ਹਰ ਇੱਕ ਬੂਥ ਤੇ ਆਸ਼ਾ ਵਰਕਰ ਜਾਂ ਹੈਲਥ ਵਰਕਰ ਐਂਟਰੀ ਹੋਣ ਦੇਣਗੇ ਓਨਲੀ ਆਫਟਰ ਥਰਮਲ ਸਕੈਨਿੰਗ ਆਫ ਦੀ ਵੋਟਰ। ਉਸ ਤੋਂ ਬਾਅਦ ਹਰ ਵੋਟਰ ਗਲਵਸ ਪਾ ਕੇ ਹੀ VOTING ਕਰੇਗਾ। ਉੱਥੇ ਕੋਵਿਡ ਵੇਸਟ ਡਿਸਪੋਜ਼ਲ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਅੱਛਾ ਸਰ, ਜਿੱਦਾਂ ਤੁਸੀਂ ਕਿਹਾ ਕੋਵਿਡ ਨੂੰ ਲੈ ਕੇ, ਇਸ ਵਾਰ ਕੋਵਿਡ ਨੂੰ ਲੈ ਕੇ ਜਿਹੜੀ ਹਿਦਾਇਤਾਂ ਦੇ ਵਿੱਚ ਪਿਛਲੀ ਵਾਰ ਦੇਖਣ ਨੂੰ ਮਿਲਿਆ ਸੀ ਜਿਮਨੀ ਚੋਣਾਂ ਦੇ ਵਿੱਚ ਕਿ ਹਰੇਕ ਸ਼ਖਸ ਨੂੰ ਮਾਸਕ ਪਾਉਣ ਵਾਸਤੇ ਕਿਹਾ ਗਿਆ ਸੀ, ਇਸ ਵਾਰ ਵੀ ਹਰੇਕ ਵੋਟਰ ਨੂੰ ਮਾਸਕ ਪਾ ਕੇ ਆਉਣਾ ਪਊਗਾ? ਦੇਖੋ ਜੀ, ਇਟਸ ਐਨ ਅਪੀਲ ਟੂ एवरीवन। WHO ਦੀਆਂ ਗਾਈਡਲਾਈਨਸ, ਗਵਰਨਮੈਂਟ ਆਫ ਇੰਡੀਆ ਦੀ ਗਾਈਡਲਾਈਨਸ ਇਹੀ ਹੈਗੀਆਂ ਕਿ ਕੋਈ ਵੀ ਬੰਦੇ ਜਿਹੜੇ ਵੀ ਹੈਗੇ ਨੇ ਉਹ ਮਾਸਕ ਦੀ ਵਰਤੋਂ ਜ਼ਰੂਰ ਕਰਨ। ਐਂਡ ਸਾਡੇ ਵੱਲੋਂ ਇਹ ਹੈਗਾ ਕਿ ਕੋਈ ਵੀ ਬੰਦਾ ਐਂਟਰ ਕਰਦਾ ਹੈ, ਵੀ ਆਰ ਗਿਵਿੰਗ ਹਿਮ ਗਲਵਸ ਟੂ ਵੋਟ। ਉਸ ਤੋਂ ਬਾਅਦ ਜਿਹੜੀ ਕੋਵਿਡ ਵੇਸਟ ਜੇ ਉੱਥੇ ਕੋਈ ਬਚ ਵੀ ਜਾਂਦਾ ਹੈ ਉਹਦੇ ਡਿਸਪੋਜ਼ਲ ਦੇ ਲਈ ਵੀ ਅਸੀਂ ਉੱਥੇ ਡਿਫਰੈਂਟ ਵੇਸਟ ਨੂੰ ਮੈਨੇਜ ਕਰਨ ਵਾਸਤੇ ਡਿਫਰੈਂਟ ਕਲਰ ਕੋਡਿੰਗ ਦੇ ਆਪਾਂ ਡਸਟਬਿਨਸ ਲਗਾਏ ਨੇ। ਉਹਨਾਂ ਦੀ ਬਾਅਦ 'ਚ ਜਿਹੜੀ ਡਿਸਪੋਜ਼ਲ ਕਰਨੀ ਹੈ, ਕਿਹੜੇ ਹੈਲਥ ਸੈਂਟਰ ਤੇ ਕਰਨੀ ਹੈ, ਉਹਨਾਂ ਦਾ ਕੀ ਰੂਟ ਮੈਪ ਹੋਏਗਾ, ਜਿਹੜੇ ਟਰੱਕਸ ਨੇ ਉਹਨਾਂ ਨੂੰ ਲੈ ਕੇ ਆਉਣਾ, ਉਹਦੇ ਸਾਰੇ ਇੰਤਜ਼ਾਮ ਹੋ ਚੁੱਕੇ ਨੇ। ਅੱਛਾ ਸਰ, ਜਿੱਦਾਂ ਤੁਸੀਂ ਕਿਹਾ ਕਿ 3 ਜਿਹੜੇ ਹੈਗੇ ਨੇ ਸੰਵੇਦਨਸ਼ੀਲ ਇਲਾਕੇ ਹੈਗੇ ਨੇ, ਉਹਨਾਂ ਵਿੱਚ ਪੈਰਾਮਿਲਟਰੀ ਫੋਰਸ ਪੂਰੀ ਲਗਾਈ ਗਈ ਹੈ, ਪਰ ਆਤਮ ਨਗਰ ਹਲਕਾ ਜਿਹੜਾ ਵਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਰੋਹਿਤ ਮੈਂ ਰੋਕਣਾ ਚਾਹਾਂਗੇ। ਇਹ ਜ਼ਰੂਰ ਸਵਾਲ ਕਰੋ, ਜੇਕਰ ਕਰੋਨਾ ਦੀਆਂ ਗਾਈਡਲਾਈਨਸ ਦੀ ਗੱਲ ਕੀਤੀ ਜਾਵੇ ਤਾਂ ਕੀ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਨੇ? ਦੋਵੇਂ ਸਰਟੀਫਿਕੇਟ ਵਿਖਾਉਣੇ ਪੈਣਗੇ? ਮੰਨ ਲਓ ਜੇ ਕਿਸੇ ਦੀ ਕੋਈ ਦੂਜੀ ਡੋਜ਼ ਜਾਂ ਦੋਵੇਂ ਡੋਜ਼ਾਂ ਨਹੀਂ ਲੱਗੀਆਂ ਤਾਂ ਉਸ ਨੂੰ ਲੈ ਕੇ ਕੀ ਜਾਣਕਾਰੀ ਹੈ? ਬਿਲਕੁਲ ਸਰ, ਇੱਕ ਚੀਜ਼ ਹੋਰ, ਕਰੋਨਾ ਨੂੰ ਲੈ ਕੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਗਾਈਡਲਾਈਨਸ ਤੁਸੀਂ ਕਹੀ ਗਈਆਂ ਵਾ, ਉਸ ਗਾਈਡਲਾਈਨ ਦੇ ਵਿੱਚ ਕੀ ਜਿਹੜਾ ਵੋਟਰ ਹੈਗਾ ਵਾ ਉਹਨੂੰ ਦੋਨੋਂ ਡੋਜ਼ਾਂ ਲੱਗਣੀਆਂ ਜ਼ਰੂਰੀ ਹੈਗੀਆਂ ਜਾਂ ਇੱਕ ਡੋਜ਼ ਵਾਲਾ ਵੀ ਵੋਟ ਪਾ ਸਕੂਗਾ ਜਾਂ ਡੋਜ਼ ਲੱਗਣੀ ਜ਼ਰੂਰੀ ਹੈਗੀ? ਕਈ ਹੈਗੇ ਨੇ ਲੋਕ ਜਿਹੜੇ ਜਿਨ੍ਹਾਂ ਨੇ ਡੋਜ਼ ਅਜੇ ਤੱਕ ਨਹੀਂ ਲਗਵਾਈ ਹੈ। ਵੈਸੇ ਸਾਰੇ ਵੋਟਰਸ ਨੂੰ ਅਪੀਲ ਕੀਤੀ ਜਾਂਦੀ ਹੈਗੀ ਹੈ ਕਿ ਉਹਨਾਂ ਨੇ ਜਿਹੜੀ ਕੋਵਿਡ ਵੈਕਸੀਨ ਹੈਗੀ ਹੈ ਉਹਨਾਂ ਦੇ ਸਾਰੀਆਂ ਡੋਜ਼ਸ ਲੱਗੀਆਂ ਹੋਣ, ਬਟ ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਜੇ ਕਿਸੇ ਦੀ ਡੋਜ਼ ਨਹੀਂ ਹੈਗੀ ਤੇ ਆਪਾਂ ਉਹਨੂੰ ਮਨਾ ਕਰ ਦਾਂਗੇ ਵੋਟ ਪਾਉਣ ਨੂੰ। ਜੀ ਅੱਛਾ ਸਰ, ਜਿਹੜੇ ਕੋਵਿਡ ਹਜੇ ਵੀ ਚੱਲ ਰਿਹਾ ਹੈ ਔਰ ਕਈ ਪੇਸ਼ੈਂਟਸ ਹੈਗੇ ਨੇ, ਕਈ ਪੋਜ਼ਿਟਿਵ ਪੇਸ਼ੈਂਟਸ ਹੈਗੇ ਨੇ, ਉਹਨਾਂ ਵਾਸਤੇ ਕਿਸ ਤਰੀਕੇ ਨਾਲ ਮੱਕੀ ਉਹ ਵੋਟ ਅਗਰ ਦੇਣਾ ਚਾਹੁੰਦੇ? ਠੀਕ ਹੈ ਰੋਹਿਤ, ਬਣੇ ਰਹੋ ਲੁਧਿਆਣਾ ਦੇ ਵਿਸਥਾਰ ਦੇ ਨਾਲ। ਜਿਵੇਂ ਕਿ ਜਾਣਕਾਰੀ ਦੇ ਰਹੇ ਨੇ ਅਧਿਕਾਰੀ ਕਿ ਕਰੋਨਾ ਨੂੰ ਲੈ ਕੇ ਖਾਸ ਤੌਰ ਦੀਆਂ ਹਦਾਇਤਾਂ ਜਿਹੜੀਆਂ ਉਸ ਦੀ ਪਾਲਣਾ ਕਰਨੀ ਹੋਵੇਗੀ। ਵੈਕਸੀਨੇਸ਼ਨ ਨੂੰ ਲੈ ਕੇ ਜਿਵੇਂ ਕਿ ਜਾਣਕਾਰੀ ਦਿੱਤੀ ਹੈ ਕਿ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ, ਪਰ ਜੇਕਰ ਕਿਸੇ ਦੀ ਕੋਈ ਡੋਜ਼ ਨਹੀਂ ਵੀ ਲੱਗੀ ਤਾਂ ਪਰ ਫਿਰ ਵੀ ਉਹ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦਾ ਹੈ। ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਕਪੂਰਥਲਾ ਤੋਂ ਮੇਰੇ ਸਹਿਯੋਗੀ ਜਗਜੀਤ ਧੰਜੂ ਜੁੜ ਚੁੱਕੇ ਨੇ। ਜਗਜੀਤ, ਵੱਖ-ਵੱਖ ਜਗ੍ਹਾਵਾਂ ਤੇ ਅਸੀਂ ਤਸਵੀਰਾਂ ਵਿਖਾਈਆਂ ਆਪਣੇ ਦਰਸ਼ਕਾਂ ਨੂੰ। ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਜ਼ਰ ਆ ਰਹੀਆਂ ਨੇ? ਸਾਈਡ ਦੇ ਟੈਂਟ ਤੋਂ ਪਿਛਲੇ ਬੈਕ ਸਾਈਡ ਦੇ ਉੱਤੇ ਸੁਪਰਵਾਈਜ਼ਰ ਬੈਠੇ ਆ ਸਕਦੇ ਨੇ ਕਪੂਰਥਲਾ ਸੁਲਤਾਨਪੁਰ ਉਹ ਵੀ ਸੁਪਰਵਾਈਜ਼ਰ ਦੇ ਉਹ 4 ਜਾਂ ਟੇਬਲ ਦੇ ਉੱਤੇ ਇਹ ਤੋਂ 6,22,000 ਦੇ ਕਰੀਬ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਆਪਣਾ ਵੋਟ ਦਾ ਇਸਤੇਮਾਲ ਕਰਨਾ ਹੈ। ਉਸ ਤੋਂ ਇਲਾਵਾ ਇੱਥੇ ਜਿਹੜੇ 3800 ਦੇ ਕਰੀਬ ਜਿਹੜੇ ਪੋਲਿੰਗ ਸਟਾਫ ਨੂੰ ਤੈਨਾਤ ਕੀਤਾ ਗਿਆ ਹੈ। ਉਸ ਤੋਂ ਇਲਾਵਾ 4000 ਜਿਹੜੇ ਸੁਰੱਖਿਆ ਮੁਲਾਜ਼ਮ ਜਿਹੜੇ ਤੈਨਾਤ ਕੀਤੇ ਗਏ ਨੇ। ਹੁਣ ਅਸੀਂ ਇਸ ਸਮੇਂ ਸੁਲਤਾਨਪੁਰ ਦੀ ਖੜੇ ਹਾਂ ਜਿੱਥੇ ਅਲੱਗ-ਅਲੱਗ ਪੋਲਿੰਗ ਟੀਮਾਂ ਨੂੰ ਜਿਹੜਾ ਰਵਾਨਾ ਕੀਤਾ ਜਾ ਰਿਹਾ, ਆਪਣੇ ਬੂਥਾਂ ਲਈ ਰਵਾਨਾ ਕੀਤਾ ਜਾ ਰਿਹਾ ਹੈ। ਇੱਥੇ ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ 5 ਹਰੇਕ ਵਿਧਾਨ ਸਭਾ ਦੇ ਵਿੱਚ 5 ਜਿਹੜੇ ਅਜਿਹੇ ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਵਿੱਚ ਸਿਰਫ ਲੇਡੀ ਸਟਾਫ ਹੋਏਗਾ। ਉਸ ਤੋਂ ਇਲਾਵਾ 20
ਮੋਡਲ ਜਿਹੜੇ ਸਟੇਸ਼ਨ ਬਣਾਏ ਗਏ ਨੇ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣ ਕੇ ਘੱਟ ਹੈ ਤਾਂ ਫੋਨ ਕਰਕੇ ਬੁਲਾ ਲਓ ਜੀ, ਸਨਮਾਨ ਕੀਤਾ ਜਾਵੇਗਾ। ਆਪਣੇ ਕੀਤੇ ਗਏ ਨੇ ਤਕਰੀਬਨ 46 ਜਿਹੜੀਆਂ ਰੱਖੀਆਂ ਗਈਆਂ ਨੇ ਜੋ ਕਿਤੇ ਵੀ ਐਮਰਜੈਂਸੀ ਦੇ ਵਿੱਚ ਕੰਮ ਕਰਨਗੀਆਂ। ਉਸ ਤੋਂ ਇਲਾਵਾ ਇੱਥੇ ਗੱਲ ਕੀਤੀ ਜਾਵੇ ਤਾਂ ਹਰੇਕ ਜੀ ਬੜੇ ਪੇਸ਼ੈਂਟ ਲਾ ਕੇ ਬੈਠੇ ਰਿਜ਼ਰਵ ਸਟਾਫ ਵਾਲੇ, ਉਹਨਾਂ ਦੀ ਹਾਜ਼ਰੀ ਅਸੀਂ ਬਾਅਦ ਚ ਲਵਾਣੀ ਹੈ। ਉਹ ਵੀ ਜਿਹੜੇ ਮੋਡਲ ਅਸੀਂ ਆਪਣੇ ਆਪਣੇ ਬੋਰਡਿੰਗ ਪਾਰਟੀਆਂ ਨਾਲ ਭੇਜ ਦੇਣਾ ਹੈ। ਜਿਹੜੇ ਪ੍ਰਬੰਧ ਕੀਤੇ ਗਏ ਨੇ ਜਿਹੜੀਆਂ ਰਵਾਨਾ ਕੀਤੀਆਂ ਜਾ ਰਹੀਆਂ ਵਾ ਠੀਕ ਹੈ ਜਗਜੀਤ, ਲਗਾਤਾਰ ਬਣੇ ਰਹੋ। ਅਸੀਂ ਵੱਖ-ਵੱਖ ਜਗ੍ਹਾਵਾਂ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਨਿਊਜ਼ 18 ਤੇ ਮਹਾਂ ਕਵਰੇਜ ਲਗਾਤਾਰ ਜਾਰੀ ਹੈ 2022 ਦੇ ਸਿਆਸੀ ਅਖਾੜੇ ਨੂੰ ਲੈ ਕੇ, ਕਿਉਂਕਿ ਵੋਟਰਾਂ ਦੇ ਲਈ, ਸੂਬੇ ਦੀ ਜਨਤਾ ਦੇ ਲਈ, ਲੋਕਤੰਤਰ ਦੇ ਲਈ ਕੱਲ ਸਭ ਤੋਂ ਵੱਡਾ ਤਿਉਹਾਰ ਹੈ, ਸਭ ਤੋਂ ਵੱਡਾ ਦਿਨ ਹੈ ਤੇ ਜਨਤਾ ਨੇ ਤੈਅ ਕਰਨਾ ਵੋਟ ਪਾ ਕੇ ਕਿ ਆਖਿਰਕਾਰ 2022 ਦੇ ਸਿੰਘਾਸਨ ਤੇ ਕੌਣ ਬੈਠੇਗਾ। ਹੁਣ ਸਿੱਧਾ ਤੁਹਾਨੂੰ ਵੱਖ-ਵੱਖ ਜਗ੍ਹਾਵਾਂ ਦੇ ਅਸੀਂ ਜਿਵੇਂ ਤਸਵੀਰਾਂ ਵਿਖਾਈਆਂ ਨੇ, ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾਈਆਂ, ਰੋਪੜ ਦੀਆਂ ਤਸਵੀਰਾਂ ਵਿਖਾਈਆਂ, ਸੋ ਅਸੀਂ ਇੱਕ ਪਲ ਦੀ ਅਪਡੇਟ, ਇੱਕ ਪਲ ਦੀ ਤਸਵੀਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤਾਂ ਕਿ ਪੂਰੀ ਜਾਣਕਾਰੀ ਜਿਹੜੀ ਦਰਸ਼ਕਾਂ ਤੱਕ, ਵੋਟਰਾਂ ਤੱਕ ਪਹੁੰਚ ਸਕੇ। ਗੱਲ ਕਰੋਨਾ ਦੀਆਂ ਹਦਾਇਤਾਂ ਦੀ ਕੀਤੀ ਜਾਵੇ ਤਾਂ ਕਰੋਨਾ ਦੀਆਂ ਹਦਾਇਤਾਂ ਦੀ ਖਾਸ ਤੌਰ ਤੇ ਪਾਲਣਾ ਵੋਟਰਾਂ ਨੂੰ ਵੀ ਕਰਨੀ ਪਵੇਗੀ ਤੇ ਜਿਹੜਾ ਚੋਣ ਅਮਲਾ ਉਸ ਨੂੰ ਵੀ ਕਰਨੀ ਪਵੇਗੀ। ਥਰਮਲ ਸਕਰੀਨਿੰਗ ਹੋਏਗੀ, ਬਕਾਇਦਾ ਮਾਸਕ ਪਾ ਕੇ ਤੁਹਾਨੂੰ ਰੱਖਣਾ ਹੋਵੇਗਾ ਜਦੋਂ ਤੁਸੀਂ ਪੋਲਿੰਗ ਬੂਥ ਤੇ ਜਾਂਦੇ ਹੋ। ਪਰ ਵੈਕਸੀਨੇਸ਼ਨ ਨੂੰ ਲੈ ਕੇ ਅਸੀਂ ਸਾਫ਼ ਕਰ ਦਈਏ ਕਿ ਵੈਕਸੀਨੇਸ਼ਨ ਦੀਆਂ ਜੇਕਰ ਦੋਵੇਂ ਡੋਜ਼ ਦੇ ਵਿੱਚ ਕੋਈ ਡੋਜ਼ ਨਹੀਂ ਵੀ ਲੱਗੀ ਪਰ ਫਿਰ ਵੀ ਤੁਸੀਂ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਹੋ। ਜੇਕਰ ਮੌਕੇ ਤੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਵੈਕਸੀਨ ਲੱਗੀ ਹੈ ਜਾਂ ਨਹੀਂ, ਜੇਕਰ ਨਹੀਂ ਵੀ ਲੱਗੀ ਤਾਂ ਤੁਹਾਨੂੰ ਉੱਥੋਂ ਕੋਈ ਵੀ ਵਾਪਸ ਨਹੀਂ ਮੁੜੇਗਾ, ਵੋਟ ਤੁਸੀਂ ਫਿਰ ਵੀ ਪਾ ਸਕਦੇ ਹੋ। ਪਰ ਜਿਹੜੀਆਂ ਵੀ ਗਾਈਡਲਾਈਨਸ ਨੇ, ਜਿਹੜੀਆਂ ਵੀ ਹਦਾਇਤਾਂ ਨੇ, ਚਾਹੇ ਮਾਸਕ ਦੀ ਗੱਲ ਹੋਵੇ, ਚਾਹੇ ਉਹ ਸੋਸ਼ਲ ਡਿਸਟੈਂਸ ਦੀ ਗੱਲ ਹੋਵੇ, ਉਹ ਬਕਾਇਦਾ ਉਸ ਦੀ ਪਾਲਣਾ ਕਰਨੀ ਹੋਵੇਗੀ। ਸੋ ਕੱਲ ਨੂੰ ਠੀਕ 8 ਵਜੇ ਵੋਟਿੰਗ ਦੀ ਸ਼ੁਰੂਆਤ ਹੋਵੇਗੀ, ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋਵੇਗਾ ਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ ਹੋਣਗੇ। ਵੱਖ-ਵੱਖ ਜਗ੍ਹਾਵਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਵੋਟਿੰਗ ਦੇ ਲਈ ਕਿਵੇਂ ਪੰਜਾਬ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਵੀ ਤਿਆਰ ਨਜ਼ਰ ਆ ਰਿਹਾ, ਪੁਲਿਸ ਵੀ ਤਿਆਰ ਨਜ਼ਰ ਆ ਰਹੀ ਹੈ ਤੇ ਪੰਜਾਬ ਦੀ ਜਨਤਾ, ਪੰਜਾਬ ਦੇ ਵੋਟਰ ਵੀ ਤਿਆਰ ਨੇ ਈਵੀਐਮ ਦਾ ਬਟਨ ਦਬਾਉਣ ਦੇ ਲਈ। ਵੋਟਰ ਜਦੋਂ ਈਵੀਐਮ ਦਾ ਬਟਨ ਦਬਾਏਗਾ ਤੇ 10 ਮਾਰਚ ਨੂੰ ਤੈਅ ਹੋਵੇਗਾ ਕਿ ਆਖਿਰਕਾਰ ਕਿਹੜਾ ਬਟਨ ਸਭ ਤੋਂ ਜ਼ਿਆਦਾ ਵੋਟਰਾਂ ਦੇ ਵੱਲੋਂ ਦਬਾਇਆ ਗਿਆ ਹੈ। ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਬਠਿੰਡਾ ਤੋਂ ਮੇਰੇ ਸਹਿਯੋਗੀ ਸੂਰਜਪਾਨ ਜੁੜੇ ਹੋਏ ਨੇ। ਸੂਰਜ, ਜਿਵੇਂ ਕਿ ਵੱਖ-ਵੱਖ ਜਗ੍ਹਾਵਾਂ ਦੇ ਅਸੀਂ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਵਿਖਾਈਆਂ, ਗੱਲ ਬਠਿੰਡਾ ਦੀ ਕੀਤੀ ਜਾਵੇ, ਮਾਲਵਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਜ਼ਰ ਆ ਰਹੀਆਂ ਨੇ ਕੱਲ ਦੀ ਵੋਟਿੰਗ ਨੂੰ ਲੈ ਕੇ? ਦੇਖੋ, ਵੋਟਿੰਗ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਪੁਖਤਾ ਕਰ ਦਿੱਤੀਆਂ ਨੇ। ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਧਾਨ ਸਭਾ ਹਲਕਾ ਭੁੱਚੋ ਦੀਆਂ ਜਿਹੜੀ ਈਵੀਐਮਸ ਨੇ ਇਸ ਜਗ੍ਹਾ ਤੋਂ ਜਾਣੀਆਂ ਨੇ ਔਰ ਕਾਫੀ ਵੱਡਾ ਜਿਹੜਾ ਪੁਲਿਸ ਦਾ ਜਿਹੜਾ ਅਮਲਾ ਹੈ ਉਹ ਜ਼ਰੂਰ ਤੈਨਾਤ ਕੀਤਾ ਗਿਆ ਹੈ। ਹਾਲਾਂਕਿ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਔਰ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਦਿਆਂ। ਤੁਸੀਂ ਵੇਖ ਸਕਦੇ ਹੋ ਕਿ ਜੀ ਬਿਲਕੁਲ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਤੁਹਾਨੂੰ ਦਿਖਾ ਦਿਆਂ। ਬਠਿੰਡਾ ਦੀਆਂ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ। 3 ਲੇਅਰ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈਗਾ। ਪੁਲਿਸ ਹੈ, ਅਰਧ ਸੈਨਿਕ ਬਲ ਨੇ ਜਿਹੜੇ ਉਹ ਤੈਨਾਤ ਕੀਤੇ ਗਏ ਨੇ ਔਰ ਕਾਫੀ ਵੱਡੀ ਗਿਣਤੀ ਵਿੱਚ ਫੋਰਸਸ ਹੈ ਉਹ ਤੈਨਾਤ ਕੀਤੀ ਗਈ ਹੈ ਕਿਉਂਕਿ ਈਵੀਐਮ ਮਸ਼ੀਨ ਨੇ ਜਿਹੜੀਆਂ ਇਸੇ ਜਗ੍ਹਾ ਦੇ ਉੱਪਰ ਜਿਹੜੇ ਅਮਲੇ ਨੂੰ ਦੇਣੀਆਂ ਨੇ ਔਰ ਕੁਝ ਟਾਈਮ ਬਾਅਦ ਜਿਹੜੀਆਂ ਈਵੀਐਮ ਨੇ ਇਸ ਜਗ੍ਹਾ ਦੇ ਉੱਪਰ ਅਲੱਗ-ਅਲੱਗ ਪਿੰਡਾਂ, ਅਲੱਗ-ਅਲੱਗ ਕਸਬਿਆਂ ਦੇ ਵਿੱਚ ਜਾਣਗੀਆਂ। ਤਾਂ ਕਰਕੇ ਪੁਲਿਸ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਨੇ ਜਿਹੜੇ ਕਾਫੀ ਵੱਡੇ ਪ੍ਰਬੰਧ ਨੇ ਜਿਹੜੇ ਪੁਲਿਸ ਵੱਲੋਂ ਕੀਤੇ ਗਏ ਨੇ। ਤਾਂ ਕਰਕੇ ਤਸਵੀਰਾਂ ਤੁਹਾਨੂੰ ਬਾਹਰ ਤੋਂ ਦਿਖਾ ਰਿਹਾ ਕਿ ਆਖਿਰਕਾਰ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ। ਬਾਹਰ ਪੁਲਿਸ ਦਾ ਜਿਹੜਾ ਪਹਿਰਾ ਲੱਗਿਆ ਹੋਇਆ ਤੇ ਅੰਦਰ ਜਿਹੜਾ ਅਰਧ ਸੈਨਿਕ ਬਲ ਨੇ ਉਹ ਤੈਨਾਤ ਕੀਤੇ ਗਏ ਨੇ ਤਾਂ ਜੋ ਅਮਨ ਅਮਾਨ ਦੇ ਨਾਲ ਚੋਣਾਂ ਨੇ ਜਿਹੜੇ ਨੇਪਰੇ ਚੜ ਸਕਣ। ਕੁਝ ਟਾਈਮ ਦੇ ਬਾਅਦ ਇੱਥੋਂ ਜਿਹੜੀ ਈਵੀਐਮ ਮਸ਼ੀਨਾਂ ਨੇ ਉਹ ਪਿੰਡਾਂ ਨੂੰ ਡਿਸਟ੍ਰੀਬਿਊਟ ਕਰ ਰਹੀਆਂ ਨੇ, ਪਿੰਡਾਂ ਨੂੰ ਵੰਡ ਰਹੀਆਂ ਨੇ ਤਾਂ ਜੋ ਕੱਲ ਅਮਨ ਅਮਾਨ ਦੇ ਨਾਲ VOTING ਹੈ ਜਿਹੜੀ ਉਹ ਸਿਰੇ ਚੜ ਸਕੇ। ਠੀਕ ਹੈ ਸੂਰਜ, ਤੁਹਾਡਾ ਬਹੁਤ ਧੰਨਵਾਦ। ਵੱਖ-ਵੱਖ ਜਗ੍ਹਾਵਾਂ ਤੋਂ ਸਾਡੇ ਸਹਿਯੋਗੀ ਜੁੜੇ, ਸਾਰੇ ਸਹਿਯੋਗੀਆਂ ਦਾ ਬਹੁਤ ਧੰਨਵਾਦ। ਗਰਾਊਂਡ ਜ਼ੀਰੋ ਤੋਂ ਅਸੀਂ ਲਾਈਵ ਤਸਵੀਰਾਂ ਵਿਖਾਈਆਂ ਨੇ, ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ 2022 ਦੇ ਸਿਆਸੀ ਅਖਾੜੇ ਨੂੰ ਲੈ ਕੇ, ਵੋਟਿੰਗ ਨੂੰ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਹਰ ਵੋਟਰ ਤੱਕ ਪਹੁੰਚ ਸਕੇ, ਸੂਬੇ ਦੀ ਪੂਰੀ ਜਨਤਾ ਤੱਕ ਪਹੁੰਚ ਸਕੇ ਕਿਉਂਕਿ ਕੱਲ ਸਭ ਤੋਂ ਵੱਡਾ ਦਿਨ ਹੈ ਲੋਕਤੰਤਰ ਦਾ ਪੰਜਾਬ ਦੇ ਲਈ। ਪੰਜਾਬ ਦੀ ਜਨਤਾ ਨੇ ਕੱਲ ਤੈਅ ਕਰਨਾ ਹੈ ਕਿ ਆਖਿਰਕਾਰ 2022 ਦੇ ਸਿੰਘਾਸਨ ਤੇ ਬਿਰਾਜਮਾਨ ਕੌਣ ਹੋਵੇਗਾ, ਸੀਐਮ ਦੀ ਕੁਰਸੀ ਤੇ ਕੌਣ ਬੈਠੇਗਾ। ਕੱਲ ਨੂੰ ਠੀਕ 8 ਵਜੇ VOTING ਦਾ ਸਿਲਸਿਲਾ ਸ਼ੁਰੂ ਹੋਵੇਗਾ ਕਿਉਂਕਿ ਹੁਣ ਵੋਟਰਾਂ ਦੀ ਵਾਰੀ ਹੈ, ਸੂਬੇ ਦੀ ਜਨਤਾ ਦੀ ਵਾਰੀ ਹੈ। ਵੱਖ-ਵੱਖ ਜਗ੍ਹਾਵਾਂ ਤੇ ਜਿਵੇਂ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਤਾਂ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕੀਤਾ ਗਿਆ। ਪ੍ਰਚਾਰ ਕੱਲ ਦਾ ਖਤਮ ਹੋ ਚੁੱਕਾ ਹੈ। ਹਾਲਾਂਕਿ ਡੋਰ ਟੂ ਡੋਰ ਉਮੀਦਵਾਰ ਪ੍ਰਚਾਰ ਕਰ ਸਕਦੇ ਨੇ ਪਰ ਹੁਣ ਵਾਰੀ ਹੈ ਸੂਬੇ ਦੀ ਜਨਤਾ ਦੀ, ਵੋਟਰਾਂ ਦੀ। ਈਵੀਐਮ ਦਾ ਬਟਨ ਦਬਾਉਣ ਤੋਂ ਬਾਅਦ ਤੈਅ ਹੋਵੇਗਾ ਕਿ ਆਖਿਰਕਾਰ ਕਿਸ ਦੇ ਹੱਕ ਦੇ ਵਿੱਚ ਜ਼ਿਆਦਾ
ਬਟਨ ਦਬਾਇਆ ਜਾਂਦਾ ਹੈ ਤੇ ਕੌਣ 2022 ਦੀ ਸੱਤਾ ਤੱਕ ਦਾ ਸਫ਼ਰ ਤੈਅ ਕਰਦਾ ਹੈ। ਸੋ ਕੱਲ ਬਹੁਤ ਵੱਡਾ ਦਿਨ ਹੈ। ਠੀਕ 8 ਵਜੇ VOTING ਦਾ ਸਿਲਸਿਲਾ ਸ਼ੁਰੂ ਹੋਵੇਗਾ ਤੇ ਨਾਲ ਹੀ ਤੁਹਾਨੂੰ ਦਿਲਚਸਪ ਜਿਹੜੇ ਅੰਕੜੇ ਵੀ ਵਾਰ-ਵਾਰ ਦੱਸ ਰਹੇ ਹਾਂ ਕਿ ਆਖਿਰਕਾਰ 2017 ਦੇ 22 ਦੇ ਜੇਕਰ ਤੁਲਨਾ ਕੀਤੀ ਜਾਵੇ ਤਾਂ 2017 ਦੇ ਜਿੱਥੇ ਨਤੀਜੇ ਨੇ ਉੱਥੇ ਜਿੱਤ ਹਾਰ ਦੇ ਅੰਤਰ ਦੀ ਗੱਲ ਕੀਤੀ ਜਾਵੇ ਤੇ ਅਜਿਹੀਆਂ ਕਈ ਸੀਟਾਂ ਸਨ, ਅਜੇ ਕਈ ਹਲਕੇ ਸਨ ਜਿਨ੍ਹਾਂ ਸੀਟਾਂ ਤੇ 2000 ਵੋਟਾਂ ਤੋਂ ਵੀ ਘੱਟ ਦਾ ਜਿੱਤ ਹਾਰ ਦਾ ਅੰਤਰ ਰਿਹਾ, ਫਰਕ ਰਿਹਾ। ਉਹਨਾਂ ਸੀਟਾਂ ਦੀ ਤੁਹਾਨੂੰ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸੀਗਾ ਡੇਰਾ ਬੱਸੀ 2017 ਦੀ ਜਦੋਂ ਚੋਣ ਹੁੰਦੀ ਹੈ ਤਾਂ ਡੇਰਾ ਬੱਸੀ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹਿੰਦੇ ਨੇ ਸਿਰਫ 1921 ਵੋਟਾਂ ਦੇ ਫਰਕ ਦੇ ਨਾਲ, ਕਿਉਂਕਿ ਇਸ ਵਾਰ ਉਹ ਸੰਭਾਵਨਾ 2017 ਦੇ ਨਾਲੋਂ ਵੀ ਜ਼ਿਆਦਾ ਹੋਵੇਗੀ ਕਿਉਂਕਿ ਆਪਸ਼ਨ ਜ਼ਿਆਦਾ ਨੇ, ਬਦਲ ਜ਼ਿਆਦਾ ਨੇ। ਬੁਢਲਾਡਾ ਦੇ ਵਿੱਚ ਵੀ 2017 ਦੇ ਵਿੱਚ ਇਸੇ ਸੀਟ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਮਹਿਜ਼ 1276 ਵੋਟਾਂ ਦੇ ਫਰਕ ਦੇ ਨਾਲ ਜੇਤੂ ਰਿਹਾ ਸੀ, ਉਹਨਾਂ ਨੇ ਜਿੱਤ ਦਰਜ ਕੀਤੀ ਸੀ। ਇਸੇ ਤਰ੍ਹਾਂ ਦੜਬਾ ਦੇ ਵਿੱਚ ਵੀ ਆਪ ਦਾ ਉਮੀਦਵਾਰ ਜੇਤੂ ਰਿਹਾ ਪਰ 1645 ਵੋਟਾਂ ਦਾ ਜਿੱਤ ਹਾਰ ਦਾ ਸਾਫ਼ ਤੌਰ ਤੇ ਜਿਹੜਾ ਫਰਕ ਸੀਗਾ। ਗੜਸ਼ੰਕਰ ਦੇ ਵਿੱਚ ਇਸੇ ਤਰ੍ਹਾਂ ਦੀ ਤਸਵੀਰ ਸੀ। ਅਸੀਂ 2017 ਦੀ ਗੱਲ ਕਰ ਰਹੇ ਹਾਂ। 2017 ਦੇ ਵਿੱਚ ਗੜਸ਼ੰਕਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ 1650 ਵੋਟਾਂ ਦੇ ਨਾਲ ਜੇਤੂ ਰਹੇ ਸਨ। ਇਹ ਉਹ ਸੀਟਾਂ ਨੇ ਜਿਨ੍ਹਾਂ ਸੀਟਾਂ ਤੇ 2017 ਦੇ ਵਿੱਚ 2000 ਤੋਂ ਵੀ ਘੱਟ ਵੋਟਾਂ ਦਾ ਫਰਕ ਸੀਗਾ ਜਿੱਤ ਤੇ ਹਾਰ ਦੇ ਵਿਚਕਾਰ। ਅਗਲੀਆਂ ਸੀਟਾਂ ਦੀ ਗੱਲ ਕਰੀਏ 2017 ਦੀ ਅਸੀਂ ਗੱਲ ਕਰ ਰਹੇ ਹਾਂ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹਿੰਦੇ ਨੇ, 1194 ਵੋਟਾਂ ਦਾ ਸਾਰਾ ਫਰਕ ਸੀਗਾ ਜਿੱਤ ਤੇ ਹਾਰ ਦੇ ਵਿੱਚ। ਲੁਧਿਆਣਾ ਪੂਰਬੀ ਹਲਕੇ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਤਸਵੀਰ ਸੀ। 2017 ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ 1581 ਵੋਟਾਂ ਦੇ ਨਾਲ ਜਿੱਤ ਦਰਜ ਕਰਦੇ ਨੇ। ਮੋਗਾ ਦੇ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਹਿੰਦਾ, 1764 ਵੋਟਾਂ ਦਾ ਸਿਰਫ ਫਰਕ ਸੀਗਾ ਜਿੱਤ ਤੇ ਹਾਰ ਦੇ ਵਿਚਕਾਰ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ 1999 ਵੋਟਾਂ ਦੇ ਫਰਕ ਦੇ ਨਾਲ ਜਿੱਤ ਦਰਜ ਕਰਦੇ ਨੇ। ਬੰਗਾ ਵੀ ਅਜਿਹਾ ਹਲਕਾ ਸੀਗਾ, ਅਜਿਹੀ ਸੀਟ ਸੀ ਕਿ ਅਕਾਲੀ ਦਲ ਦੇ ਉਮੀਦਵਾਰ ਜਿੱਤ ਦਰਜ ਕਰਦੇ ਨੇ 1893 ਵੋਟਾਂ ਦੇ ਫਰਕ ਦੇ ਨਾਲ, ਯਾਨੀ 1893 ਵੋਟਾਂ ਦਾ ਫਰਕ ਸੀਗਾ ਜਿੱਤ ਤੇ ਹਾਰ ਦੇ ਵਿਚਕਾਰ। ਇਹ ਉਹ ਸੀਟਾਂ ਨੇ ਜਿੱਥੇ 2017 ਦੇ ਵਿੱਚ 2000 ਤੋਂ ਵੀ ਘੱਟ ਦਾ ਮਾਰਜਨ ਸੀਗਾ ਜੇਕਰ ਜਿੱਤ ਤੇ ਹਾਰ ਦੇ ਵਿਚਕਾਰ ਦੀ ਗੱਲ ਕੀਤੀ ਜਾਵੇ। ਪਰ 2022 ਦੀ ਗੱਲ ਕਰੀਏ ਤਾਂ 2017 ਦੇ ਮੁਕਾਬਲੇ ਬਦਲ ਜ਼ਿਆਦਾ ਨੇ, ਲੋਕਾਂ ਦੇ ਕੋਲ ਆਪਸ਼ਨ ਜ਼ਿਆਦਾ ਨੇ ਤੇ ਸੰਭਾਵਨਾ ਹੈ ਕਿ ਵੋਟਾਂ ਦੀ ਡਿਵੀਜ਼ਨ ਵੀ ਜ਼ਿਆਦਾ ਹੋਵੇਗੀ ਤੇ ਇਸ ਵਾਰ ਹੋ ਸਕਦਾ ਹੈ ਕਿ ਅਜਿਹੀਆਂ ਸੀਟਾਂ ਹੋਰ ਵੀ ਜ਼ਿਆਦਾ ਹੋਣ। ਜਿੱਥੇ ਕੋਈ 1000 ਵੋਟਾਂ ਜਿੱਤ ਰਿਹਾ ਤੇ ਕੋਈ 1500 ਵੋਟਾਂ ਜਿੱਤ ਰਿਹਾ ਤੇ ਇਸ ਵਾਰ ਉਹ ਸੰਭਾਵਨਾ ਹੋਰ ਵੀ ਜ਼ਿਆਦਾ ਨਜ਼ਰ ਆਵੇਗੀ। ਉੱਥੇ ਗੱਲ ਕੀਤੀ ਜਾਵੇ 2017 ਦੀ ਤੇ ਜਿੱਤ ਹਾਰ ਦੇ ਅੰਤਰ ਦੀ ਗੱਲ ਕੀਤੀ ਜਾਵੇ ਤੇ ਅਜਿਹੀਆਂ 3 ਸੀਟਾਂ ਸਨ ਜਿੱਥੇ ਕਿ 700 ਤੋਂ ਵੀ ਘੱਟ ਵੋਟਾਂ ਦਾ ਜਿੱਤ ਹਾਰ ਦੇ ਵਿਚਕਾਰ ਫਰਕ ਸੀਗਾ, ਯਾਨੀ 700 ਤੋਂ ਵੀ ਘੱਟ ਮਾਰਜਨ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜੇਤੂ ਰਹੇ ਸਨ, ਜਿਨ੍ਹਾਂ ਦੇ ਵਿੱਚ ਹੈ ਫਾਜ਼ਿਲਕਾ ਮਹਿਜ਼ ਕਾਂਗਰਸ ਪਾਰਟੀ ਦੇ ਉਮੀਦਵਾਰ ਸਿਰਫ 265 ਵੋਟਾਂ ਦੇ ਫਰਕ ਦੇ ਨਾਲ ਜਿੱਤ ਦਰਜ ਕਰਦੇ ਨੇ। ਬਹੁਤ ਘੱਟ ਫਰਕ ਕਿਹਾ ਜਾ ਸਕਦਾ 265 ਦਾ ਜਿਹੜਾ ਅੰਕੜਾ ਹੈ, 265 ਵੋਟਾਂ ਦੇ ਮਹਿਜ਼ ਅੰਤਰ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹਿੰਦੇ ਨੇ। ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਬਟਾਲਾ ਤੋਂ ਵੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹਿੰਦੇ ਨੇ ਪਰ ਮਹਿਜ਼ ਵੋਟਾਂ ਦਾ ਫਰਕ ਸੀਗਾ 485 ਵੋਟਾਂ ਦੇ ਫਰਕ ਦੇ ਨਾਲ ਅਕਾਲੀ ਦਲ ਦੇ ਉਮੀਦਵਾਰ ਜਿੱਤ ਦਰਜ ਕਰਦੇ ਨੇ। ਇਸੇ ਤਰ੍ਹਾਂ ਤੀਜੀ ਸੀਟ ਸੀ 2017 ਦੇ ਵਿੱਚ ਭੁੱਚੋ ਮੰਡੀ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ 645 ਵੋਟਾਂ ਦੇ ਨਾਲ ਮਹਿਜ਼ ਜਿੱਤ ਦਰਜ ਕਰਦੇ ਨੇ। ਇਹ ਉਹ 3 ਸੀਟਾਂ ਨੇ 2017 ਦੀਆਂ ਜਿੱਥੇ ਕਿ 700 ਤੋਂ ਵੀ ਘੱਟ ਦਾ ਮਾਰਜਨ ਸੀਗਾ, ਯਾਨੀ ਜਿੱਤ ਤੇ ਹਾਰ ਦੇ ਵਿਚਕਾਰ ਸਿਰਫ 700 ਤੋਂ ਘੱਟ ਦਾ ਫਰਕ ਸੀਗਾ। ਪਰ 2022 ਦੇ ਵਿੱਚ ਅਜਿਹੀ ਸੰਭਾਵਨਾ ਹੋਰ ਵੀ ਜ਼ਿਆਦਾ ਨਜ਼ਰ ਆ ਰਹੀ ਹੈ। ਜਦੋਂ 10 ਮਾਰਚ ਨੂੰ ਨਤੀਜੇ ਆਉਣਗੇ ਤਾਂ ਉਦੋਂ ਸਾਫ਼ ਹੋਵੇਗਾ। ਬਹੁਤ ਸਾਰੀਆਂ ਅਜਿਹੀਆਂ ਹਲਕਿਆਂ ਦੀ ਸੀਟਾਂ ਦੀ ਸੰਭਾਵਨਾ ਹੈ ਕਿ ਜੇ ਨਤੀਜੇ ਆਉਣਗੇ ਕਿ ਕੋਈ 500 ਵੋਟਾਂ ਦੇ ਫਰਕ ਨਾਲ ਜਿੱਤ ਰਿਹਾ, ਕੋਈ 1000 ਦੇ ਨਾਲ, ਕੋਈ 1500 ਵੋਟਾਂ ਦੇ ਫਰਕ ਦੇ ਨਾਲ, ਕਿਉਂਕਿ 2017 ਦੇ ਮੁਕਾਬਲੇ ਇਸ ਵਾਰ ਵੋਟਰਾਂ ਦੇ ਕੋਲ ਆਪਸ਼ਨ ਜ਼ਿਆਦਾ ਨੇ, ਬਦਲ ਜ਼ਿਆਦਾ ਨੇ। ਕਿਸਾਨਾਂ ਦਾ ਆਪਣਾ ਇੱਕ ਮੋਰਚਾ ਹੈ, ਬੀਜੇਪੀ ਦਾ ਕੈਪਟਨ ਤੇ ਸੁਦੇਵ ਢੀਂਡਸਾ ਦੇ ਨਾਲ ਗੱਠਜੋੜ ਹੈ, ਅਕਾਲੀ ਦਲ ਦਾ ਇਸ ਵਾਰ ਬੀਐਸਪੀ ਦੇ ਨਾਲ ਗੱਠਜੋੜ ਹੈ ਤੇ 2-3 ਪਹਿਲਾਂ ਦੇ ਨਾਲੋਂ ਆਪਸ਼ਨ ਬਦਲ ਜ਼ਿਆਦਾ ਵਧੇ ਨੇ। ਇਸ ਕਰਕੇ ਜਦੋਂ ਵੋਟਾਂ ਦੀ ਡਿਵੀਜ਼ਨ ਜ਼ਿਆਦਾ ਹੋਵੇਗੀ ਤੇ ਸੰਭਾਵਨਾ ਹੈ ਕਿ ਜਿਹੜਾ ਵੀ ਜੇਤੂ ਰਹੇਗਾ ਉਹ ਬਹੁਤ ਘੱਟ ਮਾਰਜਨ ਦੇ ਨਾਲ ਜਿੱਤੇਗਾ, ਬਹੁਤ ਘੱਟ ਵੋਟਾਂ ਦੇ ਫਰਕ ਦੇ ਨਾਲ ਉਹ ਜਿੱਤ ਦਰਜ ਕਰੇਗਾ। ਸੋ 2022 ਦੇ ਵਿੱਚ ਤਸਵੀਰ 2017 ਦੇ ਨਾਲੋਂ ਵੀ ਦਿਲਚਸਪ ਨਜ਼ਰ ਆ ਸਕਦੀ ਹੈ। ਜਿਵੇਂ ਕਿ ਅਸੀਂ 2017 ਦੀਆਂ ਸੀਟਾਂ ਦੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ 2000 ਘੱਟ ਤੋਂ ਘੱਟ ਵੋਟਾਂ ਦੇ ਫਰਕ ਦੇ ਨਾਲ ਬਹੁਤ ਸਾਰੇ ਉਮੀਦਵਾਰ ਸਨ ਜਿੱਤ ਹੋਏ ਸਨ। 3 ਸੀਟਾਂ ਅਜਿਹੀਆਂ ਸਨ ਜਿੱਥੇ ਕਿ 700 ਤੋਂ ਵੀ ਘੱਟ ਵੋਟਾਂ ਦਾ ਮਾਰਜਨ ਸੀਗਾ, ਯਾਨੀ ਜਿੱਤ ਤੇ ਹਾਰ ਦੇ ਵਿਚਕਾਰ 700 ਤੋਂ ਵੀ ਘੱਟ ਵੋਟਾਂ ਦਾ ਫਰਕ ਸੀਗਾ। ਚਾਹੇ ਉਹ ਫਾਜ਼ਿਲਕਾ ਦੀ ਗੱਲ ਕਰੀਏ, ਚਾਹੇ ਬੁਢਲਾਡਾ ਦੀ ਗੱਲ, ਬਟਾਲਾ ਦੀ ਗੱਲ ਕਰੀਏ, ਚਾਹੇ ਭੁੱਚੋ ਮੰਡੀ ਦੀ ਗੱਲ ਕਰੀਏ।